ਵਾਹਿਗੁਰੂ 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 ਗੁਰੂ ਨਾਨਕ ਪਦ ਪੰਕਜ ਬੰਦਨਾ ਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਵਿਗਨਨ ਕੇ ਨਾਸਕ ਸ਼੍ਰੀ ਹਰਿਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਦੋਹਰਾ चौपई कर तुम बेकट कीन कुपीना तन ऊपर कमरी सित लीना ऊंची कुले शीस पर तारी शम्स सुगीत दीर्घ एक सारी ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतेह। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪੈਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਪਿਛਲੇ ਦਿਨੀ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਭਾਈ ਸਾਹਿਬ ਭਾਈ ਬਾਲਾ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹੁਕਮ ਸਦਕਾ ਨਨਕਾਣਾ ਸਾਹਿਬ ਚਾਚਾ ਲਾਲੂ ਜੀ ਕੋਲ ਜਾਂਦੇ ਆ ਔਰ ਉਹਨਾਂ ਦੇ ਕੋਲੋਂ ਜਾ ਕਰਕੇ ਗੁਰੂ ਪਿਆਰਿਓ ਜੋ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਪੱਤਰੀ ਜਿਹਨੂੰ ਪੁਰਾਣੇ ਸਮੇਂ ਜਨਮ ਪੱਤਰੀ ਕਹਿੰਦੇ ਸੀ, ਅੱਜ ਕੱਲ ਜਨਮ ਮਿਤੀ ਡੇਟ ਆਫ ਬਰਥ ਆਦਿ ਕਹਿ ਦਿੰਦੇ ਆ, ਉਹ ਲੈ ਕੇ ਆਉਂਦੇ ਆ ਔਰ ਲਿਆ ਕਰਕੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਦੇਣਾ ਕਰਦੇ ਆ। ਔਰ ਉਸ ਤੋਂ ਬਾਅਦ ਧੰਨ ਗੁਰੂ ਅੰਗਦ ਦੇਵ ਜੀ ਬੜੇ ਖੁਸ਼ ਹੁੰਦੇ ਆ, ਉਸ ਪੱਤਰੀ ਨੂੰ ਲੈ ਕਰਕੇ ਆਪਣੇ ਸੀਸ ਤੇ ਮੁਖ ਤੇ ਛਾਤੀ ਨਾਲ ਲਾਉਂਦੇ ਆ ਔਰ ਭਾਈ ਸਾਹਿਬ ਭਾਈ ਬਾਲਾ ਜੀ ਦਾ ਬੜਾ ਹੀ ਧੰਨਵਾਦ ਕਰਦੇ ਆ ਔਰ ਕਹਿਣ ਲੱਗੇ, ਭਾਈ ਵਾਲਿਆ ਤੂੰ ਜਨਮ ਪੱਤਰੀ ਨਹੀਂ, ਮੈਨੂੰ ਦੁਬਾਰਾ ਗੁਰੂ ਨਾਨਕ ਹੀ ਮਿਲਾ ਦਿੱਤੇ ਹਨ। ਔਰ ਫਿਰ ਲਿਖਣ ਦੀਆਂ ਤਿਆਰੀਆਂ ਹੁੰਦੀਆਂ। ਪਿਛਲੇ ਦਿਨੀ ਆਪਾਂ ਸਰਵਣ ਕੀਤਾ ਕਿਹੜੇ ਕਿਹੜੇ ਸਿੱਖ ਕਥਾ ਦੇ ਵਿੱਚ ਆ ਕੇ ਕਥਾ ਸੁਣਨਾ ਕਰਦੇ ਹਨ ਸ਼ੁਰੂ, ਔਰ ਉਸ ਤੋਂ ਅੱਗੇ ਭਾਈ ਵਾਲਾ ਜੀ ਫਿਰ ਸੁਣਾਉਣੀ ਕਰਦੇ ਆ ਤੇ ਮੋਖਾ ਪੈੜਾ ਨਾਮ ਦਾ ਇੱਕ ਲਿਖਾਰੀ ਹੈ, ਉਹਦੀ ਲਿਖਣ ਤੇ ਡਿਊਟੀ ਲਾਉਂਦੇ ਆ। ਧੰਨ ਗੁਰੂ ਅੰਗਦ ਦੇਵ ਜੀ ਕੋਲ ਬੈਠ ਕੇ ਸਰਵਣ ਵੀ ਕਰਦੇ ਆ ਔਰ ਖਿਆਲ ਵੀ ਕਰਦੇ ਆ ਸੁਣਨ ਦਾ ਤੇ ਲਿਖਾਉਣ ਦਾ। ਆਓ ਇਸ ਕਥਾ ਨੂੰ ਅੱਗੇ ਆਰੰਭ ਕਰੀਏ। ਭਾਈ ਬਾਲਾ ਜੀ ਇਹ ਕਥਾ ਕਿਵੇਂ ਲਿਖਾਉਣਾ ਕਰਦੇ ਹਨ, ਕੀ ਦੱਸਦੇ ਹਨ, ਉਹ ਸਮੇਂ ਦਾ ਹਾਲ ਦੱਸਦੇ ਆ ਪਹਿਲਾਂ, ਫਿਰ ਅਗਲੀ ਕਥਾ ਲਿਖਣੀ ਕਰਦੇ ਹਨ। ਆਓ ਆਰੰਭ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਚੌਪਈ ਕਰ ਤੁੰਬੇ ਕਟ ਕੀਨ ਕੋ ਪੀਨਾ ਤਨ ਉਪਰ ਕਮਰੇ ਸਿਤ ਲੀਨਾ। ਭਾਈ ਸਾਹਿਬ ਭਾਈ ਬਾਲਾ ਜੀ ਜਿਹੜਾ ਉਹ ਸਮੇਂ ਦਾ ਆਮ ਲੋਕਾਂ ਦਾ ਪਹਿਰਾਵਾ ਸੀ, ਇਹ ਭਾਈ ਬਾਲਾ ਜੀ ਦੇ ਪਹਿਰਾਵੇ ਦੀ ਗੱਲ ਭਾਈ ਸੰਤੋਖ ਸਿੰਘ ਕਵੀ ਕਰਦੇ ਹਨ। ਕਰ ਤੁੰਬੀ ਭਾਵ ਪੁਰਾਣੇ ਬਜ਼ੁਰਗ ਹੱਥ ਵਿੱਚ ਪਾਣੀ ਲਈ ਕੋਈ ਬਰਤਨ ਰੱਖਦੇ ਸਨ। ਅੱਜ ਕੱਲ੍ਹ ਧਾਤਾਂ ਦੇ ਬਣ ਗਏ। ਪਹਿਲਾਂ ਪੁਰਾਣੇ ਕਿਸੇ ਫਲ ਨੂੰ ਵਿੱਚੋਂ ਸਾਫ਼ ਕਰਕੇ, ਇੱਕ ਤੂੰਬਾ ਨਾਮ ਦਾ ਫਲ ਹੁੰਦਾ ਹੈ, ਉਸ ਨੂੰ ਵਿੱਚੋਂ ਸਾਫ਼ ਕਰਕੇ ਕੁੰਡਾ ਬਣਾ ਕੇ ਉਹ ਪਾਣੀ ਵਾਸਤੇ ਰੱਖ ਲੈਂਦੇ ਨਾਲ। ਤਾਂ ਭਾਈ ਬਾਲਾ ਜੀ ਦਾ ਇਹ ਬਿਆਨ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਦਾ ਐਸਾ ਸਰੂਪ ਹੈ, ਹੱਥ ਵਿੱਚ ਪਾਣੀ ਦਾ ਲੋਟਾ ਤੂੰਬੀ ਰੱਖਦੇ ਆ ਮਾਨੋ, ਔਰ ਜਿਹੜਾ ਤੇੜ ਹੈ ਕੁਪੀਨ ਬਣਦੇ ਆ ਪੁਰਾਣੇ ਸਮਿਆਂ ਦੇ ਵਿੱਚ, ਔਰ ਸਰੀਰ ਦੇ ਉੱਪਰ ਚਿੱਟੀ ਚਾਦਰ ਦੀ ਜਿਹੜੀ ਹੈ ਗਲਾਤਰੀ ਮਾਰਦੇ ਆ, ਬੁਕਲ ਮਾਰਦੇ ਆ, ਔਰ ਇੱਕ ਚਾਦਰ ਤੇੜ ਬਣਦੇ ਆ ਜਿਵੇਂ ਅੱਜ ਕੱਲ੍ਹ ਚਾਦਰਾਂ ਬੰਨੇ ਆਪਾਂ ਦੇਖਿਆ ਬਜ਼ੁਰਗਾਂ ਦੇ। ਪੁਰਾਣੇ ਸਮਿਆਂ ਦੇ ਸਾਧੂ ਲੋਕ ਵੀ ਇਸ ਤਰ੍ਹਾਂ ਦੇ ਕੱਪੜੇ ਹੀ ਲਗਭਗ ਵਰਤਦੇ ਸਨ, ਕਿਉਂਕਿ ਤੁਸੀਂ ਦੇਖੋ ਵੀ ਉਦਾਸੀਆਂ ਪਾਤਸ਼ਾਹ ਨੇ ਕਿੰਨੀਆਂ ਕੀਤੀਆਂ, 4। ਇੱਕ ਉਦਾਸੀ ਉਹਨਾਂ ਦੀ ਸਭ ਤੋਂ ਵੱਡੀ 12 ਸਾਲ ਦੀ ਆ, ਤੇ ਦਰਜੀ ਕਿੱਥੇ ਲੱਭਦੇ ਫਿਰਨਗੇ। ਇਸ ਕਰਕੇ ਚਾਦਰਾਂ ਹੀ ਇਹ ਸਾਧੂ ਲੋਕ ਵਰਤਿਆ ਕਰਦੇ ਸਨ। ਇੱਕ ਚਾਦਰ ਤੇੜ ਬਣਦੇ ਆ, ਇੱਕ ਦੀ ਗਲਾਤਰੀ ਮਾਰਦੇ ਆ। ਉਦੋਂ ਇੰਨੇ ਦਰਜੀ ਵੀ ਨਹੀਂ ਸੀ ਹੁੰਦੇ, ਲੋਕ ਸੂਈਆਂ ਦੇ ਨਾਲ ਹੀ ਸਿਉਣਾ ਕਰਦੇ ਸਨ। ਔਰ ਸਿਰ ਦੇ ਉੱਪਰ ਉਹਨਾਂ ਦੇ ਦਸਤਾਰ ਬੰਨੀ ਹੈ ਜਾਂ ਪਰਨਾ ਬੰਨੇ ਆ 2.5 ਗਜ ਦਾ, ਪਰ ਬਚਾ ਲਓ ਸਿਰ ਨੂੰ ਢੱਕਣ ਵਾਸਤੇ ਜਿਹੜੀ ਕੁਲਹਿ ਹੁੰਦੀ ਹੈ, ਟੋਪੀ ਮਤਲਬ 4 ਪੀਸ ਜੋੜ ਕੇ ਬਣਾਈ ਹੋਈ, ਉਹਨੂੰ ਬਚਾ ਲਿਓ ਰੱਖ ਲੈਂਦੇ ਆ। ਉੱਤੋਂ ਪੱਗ ਬੰਨ੍ਹ ਲੈਂਦੇ ਆ, ਲਗਭਗ ਕਈ ਮੁਸਲਮਾਨਾਂ ਦੀ ਬੰਨੀ ਤੁਸੀਂ ਦੇਖੀ ਹੋਣੀ ਆ। ਐਸਾ ਸਰੂਪ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਭਾਈ ਬਾਲਾ ਜੀ ਰਾਹੀਂ ਦੱਸਦੇ ਹਨ। ਹੱਥ ਵਿੱਚ ਤੂੰਬੀ ਕਟ ਕੀਨ ਕਪੀਨਾ, ਲੱਕ ਤੇ ਕਪੀਨ, ਔਰ ਤਨ ਉੱਪਰ ਇੱਕ ਕਮਲੀ ਦੀ ਚਿੱਟੇ ਚਾਦਰ ਦੀ ਬੁਕਲ ਮਾਰੀ ਹੈ। ਉੱਚੀ ਕੁਲਹਿ ਸੀਸ ਪਰ ਧਾਰੇ ਸ਼ਮਸ ਸਵੇਤ ਦੀਰਘ ਸਾਰੇ। ਉੱਚੀ ਕੁਲਹਿ ਧਰ ਕੇ ਤੇ ਉੱਤੋਂ ਉਹਨਾਂ ਨੇ 2.5 ਗਜ ਦਾ ਜਾਂ ਜਿਤਨਾ ਵੀ ਦਸਤਾਰ ਉਸ ਵੇਲੇ, ਕਿਉਂਕਿ ਲਗਭਗ ਕੋਈ ਐਸਾ ਨਹੀਂ ਸੀ ਕਿ ਇਸ ਤਰ੍ਹਾਂ ਬਹੁਤ ਸੰਭਾਲ ਕੇ ਜਾਂ ਟੂਟੀਆਂ ਲਾ ਕੇ ਜਾਂ ਬਹੁਤ ਕਰਕੇ ਬਣਨਾ। ਪੁਰਾਣੇ ਬਜ਼ੁਰਗ ਸਿੱਧੇ ਸਾਦੇ ਇਸ ਤਰ੍ਹਾਂ ਹੁੰਦੇ ਸਨ, ਤੇ ਪਾਤਸ਼ਾਹ ਜੀ ਵੀ ਆਪਣੇ ਸੀਸ ਉੱਪਰ ਏਦਾਂ ਕੋਈ ਵਧੀਆ ਪੱਗ ਦੀ ਲੋੜ ਨਹੀਂ ਹੈ, ਬਸ ਪਰਨਾ ਹੀ ਲਪੇਟ ਲੈਂਦੇ ਸਨ। ਉਹ ਪਰਨਾ ਹੀ ਸਤਿਗੁਰਾਂ ਨੇ ਇੱਕ ਥਾਂ ਗੁਰੂ ਪਿਆਰਿਓ ਸਾਲਸਰਾ ਜੌਹਰੀ ਨੂੰ ਦਿੱਤਾ ਸੀ ਸਿਰ ਤੇ ਬੰਨ੍ਹਣ ਵਾਸਤੇ, ਉਹਨੂੰ ਗਿਆਨ ਕਰਾਇਆ ਸੀ ਆਪਣਾ। ਇੱਕ ਪਰਨਾ ਮੋਢੇ ਤੋਂ ਲਾ ਕੇ 2.5 ਗਜ ਦਾ ਟੋਟਾ ਖੱਦਰ ਦਾ, ਕਹਿੰਦੇ ਲੈ ਸਿਰ ਤੇ ਬੰਨ੍ਹ। ਜਦੋਂ ਸਿਰ ਤੇ ਬੰਨ੍ਹਿਆ ਉਹਨੂੰ ਬ੍ਰਹਮ ਗਿਆਨ ਹੋ ਗਿਆ ਸੀ। ਤੇ ਇਸ ਤਰ੍ਹਾਂ ਸਤਿਗੁਰਾਂ ਨੇ ਸੀਸ ਉੱਪਰ ਕੁਲਹਿ ਧਰ ਕੇ ਉੱਪਰੋਂ ਇੱਕ ਪਰਨਾ ਬੰਨਣਾ ਕੀਤਾ ਹੈ, ਜਿਸ ਨੂੰ ਅਸੀਂ ਪੱਗ ਕਹਿੰਦੇ ਹਾਂ। ਗੁਰ ਨਹੀਂ ਕਰ ਗੁਰ ਨਾਨਕ ਧਿਆਨਾ, ਬੰਦੇ ਪਾਦਾਰ ਬਿੰਦ ਬਿਦਾਨਾ। ਔਰ ਸ਼ਮਸ਼ ਸਵੈਤ ਚਿੱਟਾ ਦਾੜਾ, ਦੀਰਘ ਲੰਬਾ ਇੱਕ ਸਾਰੀ। ਐਸੇ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰੋ। ਸੰਤੋਖ ਸਿੰਘ ਜੀ ਕਵੀ ਕਹਿੰਦੇ, ਮੈਂ ਧੰਨ ਗੁਰੂ ਨਾਨਕ ਦੇਵ ਜੀ ਦੇ ਐਸੇ ਸੁੰਦਰ ਸਰੂਪ ਦਾ ਧਿਆਨ ਧਰ ਕਰਕੇ ਹਿਰਦੇ ਦੇ ਵਿੱਚ ਉਹਨਾਂ ਦੇ ਚਰਨਾਂ ਤੇ ਹੱਥ ਬੰਨ੍ਹ ਕੇ ਨਮਸਕਾਰ ਕਰਦਾ। ਬਾਲਾ ਬਰਨਨ ਕਰ ਲਗ ਬਰਾ, ਸੀਸ ਮੁਖ ਤੇ ਇਤਿਹਾਸ ਸੁਦਾ ਸਰ। ਔਰ ਭਾਈ ਸਾਹਿਬ ਭਾਈ ਬਾਲਾ ਜੀ ਜਿਹੜੇ ਹਨ ਗੁਰੂ ਪਿਆਰਿਓ, ਫਿਰ ਪਹਿਲਾਂ ਸਾਨੂੰ ਆਪ ਵੀ ਕਹਿੰਦੇ ਆ ਤੇ ਸਾਨੂੰ ਵੀ ਕਹਿੰਦੇ ਵੀ ਆਓ ਗੁਰੂ ਨਾਨਕ ਜੀ ਦੇ ਚਰਨਾਂ ਦਾ ਧਿਆਨ ਧਰੋ। ਐਸਾ ਉਹਨਾਂ ਦਾ ਸਰੂਪ ਹੈ, ਲੰਬਾ ਚਿੱਟਾ ਦਾੜਾ, ਕਿਉਂਕਿ ਆਖਰੀ ਸਮੇਂ ਦੀ ਗੱਲ ਹੈ ਨਾ। ਜਿਸ ਵੇਲੇ ਭਾਈ ਬਾਲਾ ਜੀ ਆਏ ਆ, ਉਹ ਸਰੂਪ ਸਤਿਗੁਰਾਂ ਦਾ ਵੱਡੀ ਉਮਰ ਦਾ ਹੈ। ਕਹਿੰਦੇ ਐਸੇ ਸਰੂਪ ਦਾ ਧਿਆਨ ਧਰੀਏ ਔਰ ਆਓ ਧੰਨ ਗੁਰੂ ਨਾਨਕ ਚਰਨਾਂ ਵਿੱਚ ਕਰਕੇ ਨਮਸਕਾਰ। ਇਸ ਕਥਾ ਨੂੰ ਭਾਈ ਬਾਲਾ ਜੀ ਆਪਣੇ ਚੰਦਰਮਾ ਵਰਗੇ ਮੁਖ ਤੋਂ ਸੁਦਾ ਅੰਮ੍ਰਿਤ ਸਮਾਨ ਸਾਖੀ ਬਿਆਨ ਕਰਦੇ ਹੈ। ਚੰਦਰਮਾ ਵਰਗੇ ਮੁਖ ਤੋਂ ਸੁਦਾ ਸਮਾਨ ਅੰਮ੍ਰਿਤਮਈ, ਭਾਵ ਚੰਦਰਮਾ ਜਿਹੜਾ ਨਾ ਰਾਤ ਨੂੰ ਸਾਡੀਆਂ ਫਸਲਾਂ ਜਿਹੜੀਆਂ ਅਸੀਂ ਬੀਜਦੇ ਹਾਂ, ਕਣਕ ਛੋਲੇ ਜਾਂ ਹੋਰ ਕੋਈ ਫਸਲਾਂ, ਇਹਨਾਂ ਵਿੱਚ ਚੰਦਰਮਾ ਦੀ ਚਾਨਣੀ ਜਿਹੜੀ ਹੈ ਉਹ ਬੀਜ ਪਾਉਂਦੀ ਹੈ।
ਮਾਨੋ ਕਿ ਚੰਦਰਮਾ ਦੀ ਚਾਨਣੀ ਚੋਂ ਅੰਮ੍ਰਿਤ ਵਰਦਾ ਹੈ ਸਾਡੀਆਂ ਫਸਲਾਂ ਦੇ ਉੱਤੇ ਤੇ ਦਾਣਾ ਪੈਂਦਾ ਹੈ ਫਸਲਾਂ ਵਿੱਚ। ਇਸ ਕਰਕੇ ਇੱਥੇ ਭਾਈ ਬਾਲਾ ਜੀ ਦੇ ਮੁਖ ਨੂੰ ਚੰਦਰਮਾ ਦੀ ਬਰਾਬਰੀ ਦਿੱਤੀ ਗਈ ਹੈ। ਔਰ ਇਹਨਾਂ ਦੇ ਮੁਖ ਚੋਂ ਨਿਕਲਣ ਵਾਲਾ ਗੁਰੂ ਨਾਨਕ ਜੀ ਦਾ ਇਤਿਹਾਸ ਹੈ ਜਿਹੜਾ ਉਹ ਅੰਮ੍ਰਿਤਮਈ ਹੈ, ਜੋ ਸਾਡੇ ਅੰਦਰ ਨਾਮ ਦਾ ਬੀਜ ਬੀਜੇਗਾ। ਕਲਯੁਗ ਪਾਇਆ ਅਕਾਲ ਪਰਜੋਰਾ, ਪ੍ਰਗਟ ਪਿਆ ਗੋਗ ਕਰਪੂਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਸਮੇਂ ਆਏ, ਆਉਣ ਤੋਂ ਪਹਿਲਾਂ ਉਸ ਸਮੇਂ ਦਾ ਜਿਹੜਾ ਹਾਲ ਬਿਆਨ ਕਰਦੇ ਆ ਭਾਈ ਸਾਹਿਬ ਭਾਈ ਬਾਲਾ ਜੀ। ਕਹਿੰਦੇ ਕਲਯੁਗ ਦਾ ਬੜਾ ਜ਼ੋਰ ਸੀਗਾ। ਕਲਯੁਗ ਮਾਨੋ ਆਪਣੀ ਪੂਰੀ ਜਵਾਨੀ ਤੇ ਸੀ। ਕਲਯੁਗ ਪਾਏ ਅਕਾਲ ਪਰਜੋਰਾ। ਕਲਯੁਗ ਆਪਣੇ ਕਰੂਰ ਭਿਆਨਕ ਰੂਪ ਦੇ ਵਿੱਚ ਪੂਰੇ ਜੋਰਾਂ ਤੇ ਚੜਿਆ ਹੋਇਆ ਸੀ। ਪ੍ਰਗਟ ਪਏ ਅਗ ਓਗ ਪਰ ਘੋਰਾ, ਤੇ ਸੰਸਾਰ ਦੇ ਵਿੱਚ ਬੜੇ ਪਾਪ ਫੈਲ ਚੁੱਕੇ ਸਨ। ਆਦਿ ਤੋਂ ਕਾਲ ਹੋ ਤੁਤ ਪਾਤਾ, ਪਿਓ ਮਲੇਸ਼ ਰਾਜ ਵਿਖਿਆਤਾ। ਔਰ ਸੰਸਾਰ ਦੇ ਵਿੱਚ ਕਾਲ ਪੈ ਜਾਂਦਾ ਸੀਗਾ। ਲੰਬਾ ਸਮਾਂ ਸਾਡਾ ਜੰਗਲ ਦਾ ਇਲਾਕਾ ਬਠਿੰਡੇ ਦਾ, ਹੁਣ ਇਸ ਨੂੰ ਅਸੀਂ ਮਾਲਵਾ ਕਹਿੰਦੇ ਆ, ਪਰ ਪਹਿਲਾਂ ਇਹਨੂੰ ਜੰਗਲ ਕਹਿੰਦੇ ਸੀਗੇ। ਜਦੋਂ ਕਾਲ ਪੈ ਜਾਇਆ ਕਰਦਾ ਸੀ ਤਾਂ ਕੋਈਆਂ ਫਸਲਾਂ ਨਹੀਂ ਸੀ ਹੁੰਦੀਆਂ, ਮੀਂਹ ਨਹੀਂ ਸੀ ਪੈਂਦਾ। ਪਰ ਕੁਝ ਐਸੇ ਗੁਰੂ ਪਿਆਰੂ ਦਰਖਤ ਹਨ ਜਿਹੜੇ ਕਿ ਮੀਂਹ ਤੋਂ ਬਗੈਰ ਵੀ ਫਲ ਦਿੰਦੇ, ਜਿਵੇਂ ਕਿੱਕਰਾਂ ਦੇ ਤੁੱਕੇ, ਜੰਡਾਂ ਦੀਆਂ ਫਲੀਆਂ, ਕਰੀਰਾਂ ਦੇ ਡੇਲੇ, ਮਲਿਆਂ ਦੇ ਫਲ। ਇਹ ਜਿਹੜੇ ਹਨ ਬੇਰ, ਮਲਿਆਂ ਦੇ ਬੇਰ, ਵਣ ਦੇ ਫਲ, ਪੀਲੂ ਆਦਿ, ਇਹ ਜਿਹੜੇ ਹਨ ਦਰਖਤ, ਇਹ ਬਿਨਾਂ ਪਾਣੀ ਤੋਂ ਵੀ ਫਲ ਫੁੱਲ ਦਿੰਦੇ ਰਹਿੰਦੇ ਆ। ਤੇ ਸਾਡੇ ਜੰਗਲ ਦੇ ਲੋਕ ਆ ਜਿਹੜੇ ਇਹਨਾਂ ਨੂੰ ਖਾ ਕੇ ਟਾਈਮ ਟਪਾਉਂਦੇ ਸੀ ਜਦੋਂ ਕਾਲ ਪੈ ਜਾਂਦਾ ਸੀਗਾ। ਕੋਈ ਫਸਲਾਂ ਨਹੀਂ ਸੀ ਹੁੰਦੀਆਂ। ਆਪ ਜੀ ਨੂੰ ਪਤਾ ਹੈ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਾਨ ਨੇ ਇੱਥੇ ਆ ਕੇ ਚਰਨ ਪਾਏ ਤੇ ਇਸ ਇਲਾਕੇ ਦੇ ਲੋਕਾਂ ਨੇ ਕਿਹਾ ਜੀ ਸਾਡੇ ਕਾਲ ਪੈ ਜਾਂਦਾ ਹੈ ਔਰ ਅਸੀਂ ਬੜਾ ਔਖਾ ਸਮਾਂ ਲੰਘਾਉਣੇ ਆ। ਤੇ ਗੁਰੂ ਸਾਹਿਬ ਕਹਿੰਦੇ ਫਿਕਰ ਨਾ ਕਰੋ, ਕਾਲ ਜਲਦੀ ਤੋੜ ਦੇਵਾਂ। ਖੈਰ ਆਪਾਂ ਪਿੱਛੇ ਚੱਲੀਏ, ਜਦੋਂ ਬਾਬਾ ਨਾਨਕ ਜੀ ਆਏ ਨੇ ਦੁਨੀਆ ਵਿੱਚ, ਭਾਈ ਸਾਹਿਬ ਭਾਈ ਬਾਲਾ ਜੀ ਕਹਿੰਦੇ ਕਲਯੁਗ ਪਾਏ ਅਕਾਲ ਪਰਜੋਰਾ। ਕਲਯੁਗ ਦਾ ਬੜਾ ਭਿਆਨਕ ਜ਼ੋਰ ਸੀਗਾ। ਚਾਰ ਛਪੇਰੇ ਦੁਨੀਆ ਜਿਹੜੀ ਹੈ ਪਾਪੀ ਹੋ ਚੁੱਕੀ ਸੀ। ਕੋਈ ਕਿਸੇ ਨੂੰ ਵਰਜਦਾ ਨਹੀਂ ਸੀ, ਜੋ ਮਨ ਆਈਆਂ ਕਰਦੇ ਸਨ। ਔਰ ਆਦ ਦੁਕਾਲ ਹੋਤ ਉਤਪਾਤ, ਕਾਲ ਪੈ ਜਾਂਦੇ, ਦੁਰਘਟਨਾਵਾਂ ਹੋ ਜਾਣੀਆਂ, ਇਹ ਤਾਂ ਆਮ ਜੀ ਗੱਲ ਸੀ। ਭਇਓ ਮਲੇਸ਼ ਰਾਜ ਵਿਖਿਆਤਾ, ਮੁਗਲਾਂ ਦਾ ਰਾਜ ਹੋ ਗਿਆ ਸੰਸਾਰ ਉੱਤੇ। ਔਰ ਮੁਗਲਾਂ ਦਾ ਰਾਜ ਬੜਾ ਹੀ ਜ਼ੁਲਮ ਦਾ ਰਾਜ ਸੀਗਾ। ਜਿਵੇਂ ਜੇਠ ਹਾੜ ਦਾ ਜਿਹੜਾ ਸੂਰਜ ਤਪਦਾ, ਇਹੋ ਦੁਨੀਆ ਨੂੰ ਉਹਨਾਂ ਮੁਗਲਾਂ ਨੇ ਤਪਾ ਛੱਡਿਆ ਸੀ। ਚੌਪਈ ਪੰਥ ਮੁਹੰਮਦ बढ़ते पारा, तलमल में मतहीन बेचारा। ਔਰ ਮੁਹੰਮਦੀ ਪੰਥ ਨੂੰ ਵਧਾਇਆ ਜਾ ਰਿਹਾ ਸੀ। ਜਿਸ ਤਰ੍ਹਾਂ ਔਰੰਗਜ਼ੇਬ ਦਾ ਸਮਾਂ ਆਪਾਂ ਜਾਣਦੇ ਹਾਂ, ਉਸ ਨੇ ਇਸ ਹਿੰਦੁਸਤਾਨ ਦੇ ਸਾਰੇ ਲੋਕਾਂ ਨੂੰ, ਭਾਰਤ ਵਰਸ਼ ਦੇ ਸਾਰੇ ਲੋਕਾਂ ਨੂੰ ਮੁਸਲਮਾਨ ਬਣਾਉਣ ਦਾ ਤਹਈਆ ਕਰ ਲਿਆ। ਔਰ ਇਸ ਨੇ ਹੁਕਮ ਜਾਰੀ ਕਰਤਾ ਵੀ ਜਿਹੜੇ ਵੀ ਹਿੰਦੁਸਤਾਨ ਦੇ ਵਿੱਚ ਪਹਿਲਾਂ ਤਾਂ ਹਿੰਦੂ ਮਤ ਵਿੱਚ ਜਿਹੜੇ ਪੰਡਤ ਹੈ ਨਾ, ਪੜ੍ਹੇ ਲਿਖੇ ਗਿਆਨੀ ਵਿਗਿਆਨੀ, ਉਹਨਾਂ ਸਾਰਿਆਂ ਨੂੰ ਮੁਸਲਮਾਨ ਬਣਾਓ। ਮੁਸਲਮਾਨੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਸਰੀਰ ਦਾ ਵੇਸ਼ ਧਾਰਨ ਕਰਾਓ, ਉਹਨਾਂ ਦੀ ਸੁਨਤ ਕਰੋ, ਤੇ ਜਿਹੜਾ ਨਹੀਂ ਮੰਨਦਾ ਉਹਨੂੰ ਮਾਰ ਦਿਓ। ਸਾਡਾ ਹੀ ਧਰਮ ਸਹੀ ਆ, ਮੁਸਲਮਾਨੀ ਮਾਰਦਾ, ਹੋਰ ਕੋਈ ਧਰਮ ਚੰਗਾ ਨਹੀਂ। ਤੇ ਕਸ਼ਮੀਰ ਦੇ ਵਿੱਚੋਂ ਇਹ ਸ਼ੁਰੂ ਕਰਤਾ, ਕਿਉਂਕਿ ਉੱਧਰ ਬਹੁਤ ਸਾਰੇ ਵੇਦਾਂ ਦੇ ਵਕਤੇ ਪੜ੍ਹੇ ਲਿਖੇ ਵੇਦਾਂਤੀ ਪੰਡਤ ਰਹਿੰਦੇ ਸਨ। ਕੋ ਸਤਨਾਮ ਸੀ। ਜਿਸ ਵੇਲੇ ਉੱਧਰ ਜਾ ਕੇ ਜ਼ੁਲਮ ਸ਼ੁਰੂ ਕੀਤਾ ਤਾਂ ਫਿਰ ਉਹ ਵੇਦਾਂਤੀ, ਉਹ ਪੰਡਤ ਲੋਕ, ਕਸ਼ਮੀਰ ਦੇ ਪੰਡਤ ਹੀ 9ਵੇਂ ਪਾਤਸ਼ਾਹ ਕੋਲ ਆਏ ਸਨ ਇਹਨੂੰ ਰੋਕਣ ਵਾਸਤੇ। ਲੇਕਿਨ ਇਹਨਾਂ ਦਾ ਇਹ ਕੰਮ ਬਾਬੇ ਨਾਨਕ ਤੋਂ ਵੀ ਪਹਿਲਾਂ ਦਾ ਚੱਲ ਰਿਹਾ ਹੈ। ਇਹ ਹੋਏ ਤਾਂ ਗੁਰੂ ਪਿਆਰਿਓ ਪਾਕਿਸਤਾਨ ਦੇ ਇਲਾਕੇ 'ਚ, ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਸਾਰੇ ਆਲ ਵਰਲਡ ਨੂੰ ਹੀ ਮੁਸਲਮਾਨ ਬਣਾ ਦੇ। ਸਮੇਂ ਸਮੇਂ ਤੇ ਇਹਨਾਂ ਦੇ ਜ਼ੁਲਮ ਦੁਨੀਆ ਤੇ ਹੁੰਦੇ ਰਹੇ। ਹੁਣ ਕੀ ਸਮਾਂ ਆਇਆ ਹੈ, ਜਦੋਂ ਬਾਬੇ ਨਾਨਕ ਨੇ ਦੁਨੀਆ ਵਿੱਚ ਆਉਣਾ ਕੀਤਾ, ਉਦੋਂ ਕੈਸੀ ਹਾਲਤ ਸੀ। ਮੁਹੰਮਦੀ ਪੰਥ ਨੂੰ ਵਧਾਇਆ ਜਾ ਰਿਹਾ ਸੀਗਾ। ਕਲਮਲ ਮੈਂ ਮਤਹੀਨ ਵਿਚਾਰਾ, ਜਿਹੜੇ ਬੜੇ ਪਾਪੀ
ਮਤਹੀਨ, ਘੱਟ ਮਤ ਵਾਲੇ, ਘੱਟ ਵਿਚਾਰ ਵਾਲੇ, ਮਲੇਸ਼ ਲੋਕ ਭਾਵ ਮੁਗਲ ਲੋਕ, गो गरीब को हते कुसाले कल के काले कीन को चाले। ਔਰ ਇਹਨਾਂ ਦਾ ਸੁਭਾਅ ਸੀ ਗਊ ਗਰੀਬ ਦੀ ਹੱਤਿਆ ਕਰਨੀ। ਗਊ ਗਰੀਬ ਨੂੰ ਮਾਰ ਦੇਣਾ ਭਾਵ ਜਿਹੜਾ ਇਹਨਾਂ ਦੇ ਆਖੇ ਨਹੀਂ ਲੱਗਦਾ। ਕੁਸਾਲੀ ਭਾਵ ਜਿਨ੍ਹਾਂ ਦੀ ਮੌਤ ਨਹੀਂ ਆਉਂਦੀ, ਅਨਿਆਈ ਮੌਤੇ ਮਾਰਨੇ ਸ਼ੁਰੂ ਕਰ ਦਿੱਤੇ। ਗਊ ਗਰੀਬ ਮਾਰੇ ਜਾ ਰਹੇ ਹਨ। ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਕੀਨ ਕੁਚਾਲੀ ਮਾਨੋ ਇਹ ਮੌਤ ਦੇ ਫਰਿਸ਼ਤੇ ਬਣ ਚੁੱਕੇ ਆ ਮੁਗਲ ਲੋਕ, ਔਰ ਮਾੜੀ ਚਾਲ ਚੱਲ ਪਏ ਹਨ। ਰਿਪਤ ਪਏ ਮਤ ਮੰਦ ਮਲੀਨਾ ਜਨ ਸ਼ੁਭ ਕਰਮ ਖੋਸ ਕਿਸ ਲੀਨਾ। ਹੁਣ ਗੁਰੂ ਪਿਆਰਿਓ, ਰਾਜਾ ਹੀ ਤਾਂ ਜਨਤਾ ਦੀ ਰੱਖਿਆ ਕਰਦਾ ਹੈ। ਪਰ ਬਾਬਾ ਨਾਨਕ ਨੇ ਆ ਕੇ ਵੇਖਿਆ ਤਾਂ ਕਹਿੰਦੇ ਆ, ਰਾਜੇ ਸ਼ਹੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਇਹਨਾਂ ਦੁਸ਼ਟਾਂ ਨੂੰ ਮੈਂ ਸੁਚੇਤ ਕਰਾਂ, ਜਗਾਵਾਂ। ਤੁਸੀਂ ਕਰ ਕੀ ਰਹੇ ਹੋ? ਉਲਟੀ ਵਾੜ ਖੇਤ ਕੋ ਖਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਜਿਨ੍ਹਾਂ ਨੇ ਨਿਆਂ ਕਰਨਾ ਹੈ, ਮੁਸਲਮਾਨ ਚ ਕਾਜੀ ਆ, ਸਾਡੇ ਵਿੱਚੋਂ ਜੱਜ ਆ। ਜੱਜ ਦਾ ਕੰਮ ਹੈ ਜੱਜਮੈਂਟ ਕਰਕੇ ਸਹੀ ਫੈਸਲਾ ਦੇਣਾ। ਪਰ ਉਸ ਸਮੇਂ ਗੁਰੂ ਪਿਆਰਿਓ, ਕਾਜ਼ੀਆਂ ਨੇ ਜਿਨ੍ਹਾਂ ਦਾ ਰਾਜ ਹੈ, ਉਹਨਾਂ ਨੇ ਫੈਸਲਾ ਆਪਦੀ ਮਰਜ਼ੀ ਨਾਲ ਕਰਨਾ ਸ਼ੁਰੂ ਕੀਤਾ। ਜਿਸ ਤਰ੍ਹਾਂ ਵਜੀਦਾ ਕਹਿੰਦਾ ਕਾਜੀ ਨੂੰ, ਦੱਸ ਬਈ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਈਏ? ਸਾਡੀ ਕੁਰਾਨ ਕੀ ਕਹਿੰਦੀ ਹੈ? ਹੁਣ ਜੇ ਉਹ ਧਾਰਮਿਕ ਗ੍ਰੰਥ ਹੈ ਤੇ ਉਹ ਧਰਮ ਨੂੰ ਚਲਾਉਣ ਵਾਲਾ ਮੁਹੰਮਦ ਕਦੇ ਵੀ ਨਹੀਂ ਕਹਿੰਦਾ ਕਿ ਬੱਚਿਆਂ ਨੂੰ ਬਿਨਾਂ ਲੋੜ ਤੋਂ ਮਾਰ ਦਿਓ, ਕੋਈ ਸਤਨੁਸ ਬਿਨਾਂ ਕਿਸੇ ਕਾਰਨ ਮਾਰ ਦਿਓ। ਜੇ ਕਹਿੰਦਾ ਤੇ ਫਿਰ ਠੀਕ ਨਹੀਂ, ਜੇ ਨਹੀਂ ਕਹਿੰਦਾ ਤੇ ਫਿਰ ਇਹ ਵਜੀਦੇ ਵਰਗਿਆਂ ਦੀ ਸਿਆਸਤ ਹੈ, ਕੋਈ ਸਤਨੁਸ। ਭਾਵ ਧਰਮ ਦਾ ਆਸਰਾ ਲੈ ਕੇ ਸੰਸਾਰ ਨੂੰ ਲੁੱਟਿਆ ਕੁੱਟਿਆ ਤੇ ਮਾਰਿਆ ਜਾ ਰਿਹਾ ਸੀ। ਤੋ ਵਜੀਦੇ ਨੇ ਕਹਿਤਾ, ਸਾਡਾ ਧਰਮ, ਸਾਡਾ ਕੁਰਾਨ ਇਹ ਕਹਿੰਦਾ ਹੈ ਕਿ ਐਸੇ ਬੱਚੇ ਜੋ ਸਾਡੇ ਮੁਤਾਬਕ ਨਹੀਂ ਚੱਲਦੇ, ਉਹਨਾਂ ਨੂੰ ਕੰਧਾਂ ਵਿੱਚ ਚਿਣ ਕੇ ਮਾਰ ਦਿੱਤਾ ਜਾਵੇ, ਕੋਈ ਸਤਨਾਮ। ਬਸ ਉਧਰੋਂ ਫੈਸਲਾ ਕਰਾ ਲਿਆ ਜੱਜ ਤੋਂ ਤੇ ਇਧਰ ਸਜ਼ਾ ਦੇ ਦਿੱਤੀ। ਫਿਰ ਇਹਨਾਂ ਦਾ ਸੌਦਾ ਜਿਹੜਾ ਭਾਈ ਬੰਦਾ ਸਿੰਘ ਬਹਾਦਰ ਨੇ ਲਾਇਆ, ਇਹਨਾਂ ਦਾ ਖਾਤਮਾ ਕੀਤਾ। ਖੈਰ ਅੱਗੇ ਚੱਲ ਗਏ ਆਪਾਂ। ਉਹ ਸਮਾਂ ਜਦੋਂ ਮੁਹੰਮਦੀ ਰਾਜ ਸੀ ਦੁਨੀਆ ਦੇ ਵਿੱਚ, ਰਾਜੇ ਜਿਹੜੇ ਸਨ ਬੜੇ ਮਾੜੀ ਮੱਤ ਵਾਲੇ ਹੋ ਚੁੱਕੇ ਸਨ। ਰਿਪਤ ਪਏ ਮਤ ਮੰਦ ਮਲੀਨਾ, ਗੰਦੀ ਮੱਤ ਹੋ ਚੁੱਕੀ ਆ। ਜਨ ਸ਼ੁਭ ਕਰਮ ਖੋਸ ਕਰ ਲੀਨਾ, ਜਿਵੇਂ ਕਿਸੇ ਨੇ ਇਹਨਾਂ ਦੇ ਕੋਲੋਂ ਚੰਗੇ ਕੰਮ ਕਰਨ ਦੀ ਮੱਤ ਹੀ ਖੋਹ ਲਈ ਹੋਵੇ। ਮੰਤਰੀ ਲੋਲਪ ਬਿਆਗਮ ਗਾਮੀ ਦੁਰਾਚਾਰ ਕਰੇ ਮਨ ਬਾਮੀ। ਜੋ ਰਾਜੇ ਵਿਗੜ ਚੁੱਕੇ ਐ, ਰਾਜੇ ਸ਼ਹੀ ਮੁਕੱਦਮ ਮੁਲਾਜ਼ਮ, ਹੇਠਲੇ ਮੰਤਰੀ ਕੁੱਤੇ। ਰਾਜੇ ਸ਼ਿਕਾਰ ਕਰਦੇ ਆ, ਮੋਟਾ ਮੋਟਾ ਮਾਸ ਉਹ ਖਾ ਜਾਂਦੇ ਆ, ਔਰ ਜਿਹੜੇ ਉਹਨਾਂ ਦੇ ਹੇਠਲੇ ਮੰਤਰੀ ਆ, ਕਾਜੀ ਮਲਾਣੇ ਆਦਿ, ਬਚਿਆ ਕੁਚਿਆ ਉਹ ਨਹੀਂ ਛੱਡਦੇ ਜਨਤਾ ਕੋਲ। ਭਾਵ ਜਿਵੇਂ ਕੋਈ ਸ਼ੇਰ ਸ਼ਿਕਾਰ ਕਰੇ ਤੇ ਬਚਿਆ ਕੁਚਿਆ ਲਹੂ ਲਹੂ ਆਦਿ ਜਿਹੜਾ ਹੈ ਉਹ ਕੁੱਤੇ ਚੱਟ ਲੈਂਦੇ ਆ। ਰਾਜੇ ਸ਼ੀ ਮੁਕੱਦਮ ਕੁੱਤੇ ਰਾਜੇ ਹੋਏ। ਇਸ ਤਰ੍ਹਾਂ ਉਲਟੀ ਵਾੜ ਖੇਤ ਕੋ ਖਾਈ। ਜਿਸ ਖੇਤ ਦੀ ਰੱਖਿਆ ਕਰਨੀ ਸੀ ਵਾੜ ਨੇ, ਉਹ ਵਾੜ ਹੀ ਖੇਤ ਨੂੰ ਖਤਮ ਕਰਦੇ ਚੱਲ ਪਈ। ਜਿਨ੍ਹਾਂ ਰਾਜਿਆਂ ਨੇ ਜਨਤਾ ਨੂੰ ਸੁੱਖ ਦੇਣਾ ਸੀ, ਜਨਤਾ ਦੇ ਦੁੱਖ ਸੁਣਨੇ ਸਨ, ਮਾੜੇ ਲੋਕਾਂ ਨੂੰ ਖਤਮ ਕਰਨਾ ਸੀ, ਉਹ ਰਾਜੇ ਮਾੜੇ ਲੋਕਾਂ ਦਾ ਸਾਥ ਦੇਣ ਲੱਗੇ। ਜਨਤਾ ਜਾਵੇ ਟੱਠੇ ਖੂਹ ਵਿੱਚ ਭਾਵੇਂ ਕੋ ਸਤਨਾਮ। ਹਾਂ, ਨਿਰਪਤ ਭਏ ਮਤ ਮੰਦ ਮਲੀਨਾ, ਰਾਜੇ ਦੀ ਮਤ ਮਾਰੀ ਗਈ। ਜਿਵੇਂ ਮਾਨੋ ਇਹਨਾਂ ਨੂੰ ਕੋਈ ਚੰਗੇ ਕਰਮ ਕਰਨ ਹੀ ਨਹੀਂ ਦਿੰਦਾਗਾ। ਮੰਤਰੀ ਲਾਲਚੀ ਹੋ ਗਏ, ਵੈਸੇ ਆਗਾਮੀ ਰੋਕੇ ਕਿਹੜਾ? ਜਾਂ ਰਾਜੇ ਪੁੱਠੇ ਚੱਲ ਪਏ, ਮੰਤਰੀਆਂ ਨੂੰ ਕਿਹੜਾ ਰੋਕੇ? ਰਾਜੇ ਲਾਲਚੀ ਹੋ ਗਏ, ਲੰਪਟ ਮਾਇਆ ਦੇ ਲਾਲਚੀ, ਵੈਸੇ ਆਗਾਮੀ ਇਸਤਰੀਆਂ ਦੀ ਬੇਅਦਬੀ ਵੀ ਕਰਨ ਲੱਗੇ। ਐਸਾ ਸਮਾਂ ਉਸ ਵੇਲੇ ਆਇਆ ਜਦੋਂ ਧਰਤੀ ਨੇ ਪੁਕਾਰਾ ਕਰਕੇ ਰੱਬ ਨੂੰ ਕਿਹਾ ਕਿ ਮੈਥੋਂ ਹੁਣ ਟਿਕਿਆ ਨਹੀਂ ਜਾਂਦਾਗਾ, ਮੇਰੇ ਧਰਮ ਦੇ 3 ਪਾਵੇ ਟੁੱਟ ਚੁੱਕੇ ਆ, ਹੁਣ ਮੈਂ ਇੱਕ ਪੈਰ ਤੇ ਹੋ ਗਈ, ਇੱਕ ਪੈਰ ਤੇ ਕੋਈ ਕਿੰਨਾ ਚਿਰ ਖੜੇਗਾ। ਖੈਰ ਅੱਗੇ ਚੱਲ ਗਏ। ਦੁਰਾਚਾਰ ਕਰ ਹੀ ਮਨ ਬਾਮੀ, ਤਾਂ ਹੁਣੇ ਮਨ ਮਰਜ਼ੀ ਕਰਨ ਲੱਗੇ। ਮਨ ਵਾਲੇ ਭੈੜੇ ਮਨ ਵਾਲੇ ਲੋਕ ਟੇਢੇ ਚੱਲ ਪਏ। ਟੇਢੀ ਪਾਗ ਟੇਢੇ ਚੱਲੇ ਲਾਗੇ ਵੀਰੇ ਖਾਨ, ਭਾਓ ਭਗਤ ਸਿਓ ਕਾਜੀ ਨਾ ਕਛੂਆ ਮੇਰੋ ਕਾਮ ਦੀਵਾਨ। ਦੀਵਾਨ ਹੁੰਦੇ ਆ ਕਾਜੀ, ਕਹਿੰਦੇ ਅਸੀਂ ਕਾਜੀ ਆ, ਪਰ ਪ੍ਰੇਮਾ ਭਗਤੀ ਨੇ ਵਿੱਚ ਭੋਰੀ ਵੀ ਨਹੀਂ। ਆਪਣੇ ਆਪ ਨੂੰ ਵੀਰ ਸਮਝਦੇ ਆ, ਯੋਧੇ ਸਮਝਦੇ ਆ। ਇਸਤਰੀਆਂ ਤੇ ਬਜ਼ੁਰਗਾਂ ਤੇ ਸਾਧੂਆਂ ਸੰਤਾਂ ਤੇ ਗਊ ਗਰੀਬ ਤੇ ਹਮਲੇ ਕਰਕੇ ਆਪਣੇ ਆਪ ਨੂੰ ਯੋਧੇ ਸਮਝਦੇ ਆ। ਟੇਢੀ ਪਾਗ ਟੇਢੇ ਚੱਲੇ
ਲਾਗੇ ਵੀਰੇ ਖਾਨ, ਵੀਰੇ ਭਾਵ ਵੀਰਾ ਜੋਧਾ ਵੀ ਹੁੰਦਾ ਤੇ ਵੀਰਾ ਪਾਨਾਂ ਦਾ ਵੀੜਾ ਵੀ ਹੁੰਦਾ, ਨਸ਼ੇ ਖਾਣ ਲੱਗ ਪਏ। ਲਾਗੇ ਵੀਰੇ ਖਾਨ ਆਪਣੇ ਆਪ ਨੂੰ ਵੱਡੇ ਸਮਝਦੇ ਆ, ਪਰ ਪ੍ਰੇਮਾ ਭਗਤੀ ਨਾਲ ਕੋਈ ਤਲਕ ਨਹੀਂ ਇਹਨਾਂ ਦਾ। ਭਾਵ ਭਗਤ ਸਿਓ ਕਾਜ ਨਾ ਕਛੂਆ ਮੇਰੋ ਕਾਮ ਦੀਵਾਨ, ਇਦਾਂ ਦਾ ਹਾਲ ਹੋ ਚੁੱਕਿਆ ਸੀ ਉਸ ਵੇਲੇ ਰਾਜਨੀਤਿਕ ਲੋਕਾਂ ਦਾ। ਦੁਰਮਤ ਦੁਸ਼ਟ ਦੁਰਾਦਰੀ ਦੁਕ੍ਰਿਤ ਦੁਖਤ ਕਲੇਸ਼, ਇਹ ਸੰਸਾਰ ਦੇ ਵਿੱਚ ਫੈਲ ਚੁੱਕਿਆ ਸੀਗਾ ਖੋਟੀ ਬੁੱਧੀ, ਦੁਸ਼ਟਤਾਪਣ, ਜੂਏਬਾਜੀ, ਬਖੀਲੀ, ਨਿੰਦਿਆ, ਚੁਗਲੀ, ਦੁੱਖ ਦੇਣੇ ਔਰ ਸੰਤਾਪ ਦੇਣੇ, ਇਹ ਸਾਰੇ ਜਿਹੜੇ ਸਨ ਕਲੇਸ਼ ਆਦਿ ਦੁਨੀਆ ਦੇ ਵਿੱਚ ਵੱਧ ਗਏ। ਸੋਹਣ ਸਿੰਘ ਕਾ ਸਰਸ ਸੋ ਧਰਮ ਪਿਓ ਰਾਕੇਸ਼, ਔਰ ਇਹ ਮਾਨੋ ਕਿ ਪੂਰਨਮਾਸ਼ੀ ਦਾ ਚੰਦਰਮਾ ਅਲੋਪ ਹੀ ਹੋ ਗਿਆ। ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕੈ ਚੜਿਆ, ਹਉ ਭਾਲ ਵਿਕੁੰਨੀ ਹੋਈ ਅੰਧੇਰਾ ਰਾਹੋ ਨਾ ਕੋਈ। ਬਾਬੇ ਨਾਨਕ ਨੇ 4 ਉਦਾਸੀਆਂ ਲਾ ਕੇ ਦੁਨੀਆ ਵਿੱਚ ਦੇਖਿਆ, ਮੈਂ ਕਿਤੇ ਸੱਚ ਹੈ ਪਰ ਕਿਤੇ ਸੱਚ ਦਾ ਚੰਦਰਮਾ ਭਾਵ ਸੱਚ ਦਿਖਾਈ ਨਹੀਂ ਦਿੰਦਾ, ਕਿਤੇ ਸੱਚ ਲੱਭਦਾ ਨਹੀਂ। ਮੇਰੇ ਪ੍ਰੀਤਮ ਜੀ ਕਹਿੰਦੇ ਜਿਵੇਂ ਪੂਰਨਮਾ ਚੰਦਰਮਾ ਰਾਤ ਨੂੰ ਚਾਨਣ ਕਰ ਦਿੰਦਾ ਹੈ, ਇਸੇ ਤਰ੍ਹਾਂ ਸੱਚ ਜਿਹੜਾ ਹੈ ਸਾਨੂੰ ਅਗਿਆਨਤਾ ਚੋਂ ਕੱਢ ਕੇ ਗਿਆਨ ਦਾ ਚਾਨਣ ਕਰਦਾ। ਪਰ ਪਾਤਸ਼ਾਹ ਜੀ ਕਹਿੰਦੇ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕੈ ਚੜਿਆ, ਹਉ ਭਾਲ ਵਿਕੁੰਨੀ ਹੋਈ ਅੰਧੇਰਾ ਰਾਹੋ ਨਾ ਕੋਈ। ਤਾਂ ਇਸ ਤਰ੍ਹਾਂ ਦਾ ਹਾਲਤ ਹੋ ਚੁੱਕੀ ਹੈ ਸੰਸਾਰ ਦੇ ਵਿੱਚੋਂ, ਗਿਆਨ ਖਤਮ ਹੋ ਗਿਆ ਹੈ। ਅਗਿਆਨਤਾ, ਰਾਜੀ ਜਿਹੜੇ ਹਨ ਉਹ ਦੁਨੀਆ ਨੂੰ ਲੁੱਟਣ ਲੱਗੇ ਤੇ ਜਨਤਾ ਅਗਿਆਨੀ ਆ। ਜਨਤਾ ਜਿਵੇਂ ਰਾਜੇ ਕਹਿੰਦੇ ਉਵੇਂ ਕਰੀ ਜਾਂਦੇ। ਹੁਣ ਵੋਟਾਂ ਦਾ ਰਾਜ ਅੱਜ, ਹੁਣ ਜਦੋਂ ਵੋਟਾਂ ਪੈਂਦੀਆਂ ਉਦੋਂ ਮੰਤਰੀ ਆ ਕੇ ਸਾਨੂੰ ਕਿੰਨੇ ਸੌਜਵਾਜ ਵਿਖਾਉਂਦੇ ਆ ਤੇ ਅਸੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਵੋਟਾਂ ਪਾ ਦਿੰਦੇ ਆ। ਆਪਾਂ ਤਾਂ ਹੁਣ ਅਗਿਆਨਤਾ 'ਚ ਹੀ ਆ ਨਾ, ਸਾਨੂੰ ਲੱਗਦਾ ਵੀ ਸ਼ਾਇਦ ਆਹ ਪਾਰਟੀ ਆ ਜੇ ਤਾਂ ਸਾਡਾ ਕੋਈ ਭਲਾ ਕਰ ਦੇਣਗੇ, ਅਸੀਂ ਉਹਨਾਂ ਨੂੰ ਗੱਦੀ ਦੇ ਦਿੰਦੇ ਆ, ਕੁਰਸੀ ਦੇ ਦਿੰਦੇ ਆ। ਪਰ ਵੋਟਾਂ ਲੈ ਕੇ ਤੂੰ ਮੈਂ ਤੇ ਕੌਣ ਤੇ ਮੈਂ ਕੌਣ, ਕੋਈ ਸਤਰਮ 70 ਸਾਲ ਤੋਂ ਕੰਮ ਤਾਂ ਚੱਲ ਹੀ ਰਿਹਾ ਹੈ ਨਾ। ਤੇ ਪਹਿਲਾਂ ਰਾਜੇ ਹੁੰਦੇ ਸੀ, ਅੱਜ ਇਹ ਮੰਤਰੀ ਪ੍ਰਧਾਨ ਮੰਤਰੀ ਆ, ਰਾਜਨੀਤੀ ਇਸ ਤਰ੍ਹਾਂ ਹੀ। ਪਹਿਲਾਂ ਰਾਜੇ ਹੁੰਦੇ ਸੀ। ਤੋ ਰਾਜੇ ਜਿਹੜੇ ਸਨ ਉਹ ਜਨਤਾ ਨੂੰ ਲੁੱਟਣ ਤੇ ਲੱਗੇ ਹੋਏ ਸੀ, ਜਨਤਾ ਭੋਲੀ ਭਾਲੀ ਲੁੱਟੀ ਜਾ ਰਹੀ ਸੀ। ਪ੍ਰੀਤਮ ਜੀ ਕਹਿੰਦੇ ਚੌਪਈ ਨਿਤ ਪੁਕਾਰਨਾ ਸੁਨੇ ਕਾਈ, ਕਾਜੀ ਰਿਸ਼ਵਤ ਬਸ ਅਧਿਕਾਈ। ਰਾਜੇ ਜਨਤਾ ਦੀ ਪੁਕਾਰ ਨਹੀਂ ਸੀ ਸੁਣਦੇ, ਕਾਜੀ ਰਿਸ਼ਵਤ ਲੈ ਕੇ ਝੂਠੇ ਨੂੰ ਸੱਚਾ ਤੇ ਸੱਚੇ ਨੂੰ ਝੂਠਾ ਬਣਾ ਦਿੰਦੇ। ਇੱਕ ਵਾਰ ਦੀ ਗੱਲ ਹੈ ਛੋਟੇ ਜੀ, ਅੱਜ ਤੋਂ ਚੱਲਿਆ ਨਾ ਗੱਲ ਵੀ ਮੇਰੀ ਪੱਗ ਦੀ ਲਾਜ ਰੱਖਿਓ ਜੀ। ਇੱਕ ਜੁਲਾਹੇ ਦਾ ਕਿਸੇ ਦੇ ਨਾਲ ਝਗੜਾ ਹੋ ਗਿਆ ਤੇ ਕਾਜੀ ਕੋਲ ਫੈਸਲਾ ਕਰਨ ਵਾਸਤੇ ਚਲਿਆ ਗਿਆ। ਹੁਣ ਕਾਜੀ ਰਿਸ਼ਵਤੀ ਆ, ਜੁਲਾਹੇ ਦਾ ਗਰੀਬ ਦਾ ਜਿਸ ਦੇ ਨਾਲ ਝਗੜਾ ਉਹ ਬੰਦਾ ਅਮੀਰ ਹੈ। ਤਾਂ ਗੁਰੂ ਪਿਆਰਿਓ ਹੋਇਆ ਕੀ, ਹੁਣ ਜੁਲਾਹਾ ਸੀ ਤਾਂ ਸੱਚਾ, ਪਰ ਫਿਰ ਵੀ ਪਤਾ ਸੀਗਾ ਵੀ ਰਿਸ਼ਵਤ ਲਵੇ ਨਾਲ ਕੰਮ ਨਹੀਂ ਹੋਣਾ। ਆ ਚਲੇ ਜਾਓ ਤੁਸੀਂ ਸਰਕਾਰੀ ਕੰਮ ਕਰਾਉਣ, ਕਿੰਨੀਆਂ ਤਨਖਾਹਾਂ ਲੈਂਦੇ ਆ ਲੋਕ, ਪਰ ਥੱਲੇ ਦੀ ਵੇਚਦੇ ਪੈਸੇ ਫੜੇ ਬਿਨਾ ਸਹਿਣ ਨਹੀਂ ਕਰਦੇ। ਕੋ ਸਤਨਾਮ, ਰਿਸ਼ਵਤ ਲਏ ਬਿਨਾ ਕੰਮ ਨਹੀਂ ਕਰਦੇ, ਭਾਵੇਂ ਕਿ ਤਨਖਾਹ ਉਹਨਾਂ ਨੇ ਕਿਹੜੇ ਬਥੇਰੀਆਂ। ਐਵੇਂ ਉਦੋਂ ਸੀ ਵਿਚਾਰੇ ਦਾ। ਉਹ ਜਲਾਹੇ ਨੇ ਸੋਚਿਆ ਵੀ ਯਾਰ ਇਹਨੂੰ ਕੁਛ ਨਾ ਕੁਛ ਦੇ ਦਈਏ, ਫੈਸਲਾ ਸਹੀ ਕਰ ਦੇਵੇ। ਇਹਨੇ ਕੀ ਕੀਤਾ, ਇੱਕ ਵਧੀਆ ਪੱਗ ਬਣਾਈ ਸੀ ਤਾਣੀ ਤੇ ਬੁਣ ਕੇ। ਉਸ ਵੇਲੇ ਇਹ ਸੁੰਦਰ ਪੱਗ ਲੈ ਕਰਕੇ ਕਾਜੀ ਦੇ ਘਰ ਚਲਿਆ ਗਿਆ। ਕਹਿੰਦੇ ਕਾਜੀ ਸਾਹਿਬ ਵੇਖੋ, ਮੈਂ ਕਿਹਾ ਸੱਚਾ ਬੰਦਾ, ਇਸ ਬੰਦੇ ਨੇ ਮੇਰੇ ਧੱਕਾ ਕੀਤਾ ਤੇ ਕਿਰਪਾ ਕਰੋ ਮੈਂ ਤੁਹਾਡੀ ਇਹ ਸੇਵਾ ਕਰਦਾ, ਇਹ ਪੱਗ ਰੱਖ ਲਓ, ਤੁਸੀਂ ਦਸਤਾਰ ਬੰਨ ਲਿਆ ਕਰੋ, ਪਰ ਮੇਰਾ ਫੈਸਲਾ ਸਹੀ ਕਰ ਦਿਓ। ਕਾਜੀ ਬੜਾ ਖੁਸ਼ ਹੋਇਆ, ਪੱਗ ਰੱਖ ਲਈ। ਜਿਹੜਾ ਦੂਜਾ ਬੰਦਾ ਸੀਗਾ ਉਹ ਵੀ ਪੈਸੇ ਵਾਲਾ ਸੀਗਾ। ਉਦੋਂ ਗੁਰੂ ਪਿਆਰ ਰਿਸ਼ਵਤ ਪਸ਼ੂਆਂ ਵਿੱਚ ਵੀ ਹੁੰਦੀ ਵੀ ਚਲ ਗਾਂ ਦੇ ਦਿਓ, ਇੱਕ ਮੱਝ ਦੇ ਦਿਓ, 4 ਬੱਕਰੀਆਂ ਦੇ ਦਿਓ, ਏਦਾਂ ਵੀ ਕੰਮ ਚੱਲਦਾ ਸੀਗਾ। ਉਹ ਪੈਸੇ ਵਾਲਾ ਬੰਦਾ ਇੱਕ ਸੂਈ ਹੋਈ ਗਾਂ ਦੇ ਆਇਆ ਉਹਨੂੰ, ਕਾਜੀ ਨੂੰ, ਕਹਿੰਦੇ ਲਓ ਜੀ ਇਹ ਦੁੱਧ ਪੀ ਲਿਓ, ਫੈਸਲਾ ਮੇਰੇ ਹੱਕ 'ਚ ਕਰ ਦਿਓ। ਸੀਦਾ ਉਹ ਝੂਠਾ। ਹੁਣ ਕਾਜੀ ਲਾਲਚੀ ਹੋ ਗਿਆ, ਜਲਾਹਾ ਤਾਂ ਚੱਲ ਹੈਗਾ ਇਹੋ ਜਿਹਾ, ਇੱਧਰੋਂ ਗਾਂ ਵੀ ਆ ਗਈ, ਦੋਨੇ ਪਾਸੇ ਲੈ ਲੈਂਦੇ ਆ, ਰਿਸ਼ਵਤ ਲੈਣ ਵਾਲੇ ਦੋਨੇ ਪਾਸੇ ਧਾਰ ਲੈਂਦੇ ਆ। ਫੈਸਲਾ ਕੀਤਾ ਕਾਜੀ ਨੇ, ਸਭਾ ਲੱਗੀ, ਕਾਜੀ ਫੈਸਲਾ ਕਰਨ ਬੈਠਾ। ਜਲਾਹਾ ਵਿਚਾਰ ਬਾਹਰ ਪੱਗ ਨੂੰ ਹੱਥ ਲਾਵੇ ਆਪਦੀ ਨੂੰ, ਮੇਰੀ ਪੱਗ ਦਾ ਧਿਆਨ ਰੱਖਿਓ ਜੀ, ਕਹੋ ਸਤਨਾਮ।
ਜਦੋਂ ਉਹਨੇ 2-4 ਵਾਰੀ ਕਹਿ ਵੀ ਦਿੱਤਾ ਕਾਜੀ ਸਾਹਿਬ ਮੇਰੀ ਪੱਗ ਦਾ ਧਿਆਨ ਰੱਖਿਓ, ਹੁਣ ਉਹ ਯਾਦ ਕਰਾਉਣਾ ਸੀ ਮੈਂ ਤੈਨੂੰ ਪੱਗ ਦਿੱਤੀ ਹੈ ਤੇ ਮੇਰਾ ਕੰਮ ਕਰਦੇ ਸਹੀ। ਜੋ 3-4 ਵਾਰੀ ਕਿਹਾ ਕਾਜੀ ਗੁੱਸੇ 'ਚ ਆ ਗਿਆ, ਕਹਿੰਦਾ ਉਹ ਤੇਰੀ ਪੱਗ ਨੂੰ ਖਾ ਗਈ ਗਾਂ, ਚੁੱਪ ਕਰਕੇ ਬਹਿ ਜਾ ਇੱਥੇ। ਕਹੋ ਸਤਨਾਮ। ਕਹਿੰਦਾ ਤੂੰ ਪੱਗ ਦਿੱਤੀ ਉਹ ਗਾਂ ਦੇ ਗਿਆ ਉਦੋਂ ਮਹਿੰਗੀ, ਹੁਣ ਤਾਂ ਫੈਸਲਾ ਜੇ ਮੈਂ ਕਰਨਾ ਉਵੇਂ ਕਰੂੰ। ਇਸ ਕਰਕੇ ਕੀ ਹੋਇਆ, ਝੂਠੇ ਕੋ ਸਾਚਾ ਕਰ ਦੇਈ, ਸਤ ਨਿਆਂ ਕੋ ਨਾਉ ਨ ਲਈ। ਕਾਜੀ ਰਿਸ਼ਵਤ ਬਸ ਅਧਿਕਾਈ ਕਾਜੀ ਰਿਸ਼ਵਤੀ ਹੋ ਚੁੱਕੇ ਹਨ। ਝੂਠੇ ਕੋ ਸਾਚਾ ਕਰ ਦੇ, ਸਤ ਨਿਆਂ ਕੋ ਨਾਉ ਨ ਲਈ। ਸੱਚ ਦਾ ਨਿਆਂ ਹੀ ਖਤਮ ਹੋ ਗਿਆ। ਕੂੜ ਮਾਵ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਸੱਚ ਖਤਮ ਹੀ ਹੋ ਗਿਆ, ਸੱਚ ਛੁਪ ਗਿਆ ਹੈ। ਮੈਂ ਲੱਭਣ ਚੱਲਿਆ, ਗੁਰੂ ਨਾਨਕ ਦੇਵ ਜੀ ਸੱਚ ਲੱਭਣ ਚੱਲੇ, ਕਿਤੇ ਕਿਤੇ ਸੱਚ ਲੱਭਿਆ ਮਾੜਾ ਮੋਟਾ, ਨਹੀਂ ਤਾਂ ਮੱਸਿਆ ਫੈਲ ਚੁੱਕੀ, ਹਨੇਰਾ ਹੋ ਗਿਆ ਅਗਿਆਨਤਾ ਦਾ। ਜੈਤ ਚਲੀ ਮਲੇਸ਼ਨ ਭਾਖਾ, ਨਿਜ ਨਿਜ ਧਰਮ ਨਰਨ ਸਭ ਨਾਖਾ। ਹੁਣ ਕੀ ਹੋਇਆ, ਇਹਨਾਂ ਨੇ ਧੱਕਾ ਕਰਨਾ ਸ਼ੁਰੂ ਕੀਤਾ ਤੇ ਜਿਹੜੇ ਲੋਕਾਂ ਦਾ ਧਰਮ ਸੀ ਆਪਣਾ ਉਹ ਖਤਮ ਹੋਣ ਲੱਗਿਆ ਤੇ ਮਲੇਸ਼ਾਂ ਦੀ ਬੋਲੀ ਬੋਲਣ ਲੱਗੇ, ਵਿਚਾਰੇ ਡਰਦੇ ਆ, ਗੁਲਾਮ ਹੋ ਗਏ। ਪ੍ਰੀਤਮ ਨੇ ਆ ਕੇ ਵੇਖਿਆ ਦੁਨੀਆ ਨੂੰ ਤੇ ਬਾਣੀ ਵਿੱਚ ਉਤਾਰ ਦਿੱਤਾ, ਖੱਤਰੀਆਂ ਤੈ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ। ਸ੍ਰੇਸ਼ਟ ਸਭ ਇੱਕ ਬਰਨ ਹੋਈ, ਧਰਮ ਕੀ ਗਤ ਰਹੀ। ਇਸ ਕਰਕੇ ਉਹ ਸਮਾਂ ਐਸਾ ਆ ਗਿਆ, ਐਸਾ ਜ਼ੁਲਮ ਦਾ ਰਾਜ ਦੁਨੀਆ ਦੇ ਹੋਣ ਲੱਗਿਆ, ਜਦੋਂ ਗੁਰੂ ਪਿਆਰਿਓ ਰਾਜੇ ਰਿਸ਼ਵਤੀ ਹੋ ਗਏ, ਕਾਜੀ ਰਿਸ਼ਵਤੀ ਹੋ ਗਏ, ਰਾਜੇ ਜਿਹੜੇ ਹੰਕਾਰੀ ਹੋ ਗਏ। ਹੁਣ ਮਲੇਸ਼ਾਂ ਦਾ ਰਾਜ ਹੈ, ਮੁਗਲਾਂ ਦਾ ਰਾਜ ਹੈ ਤੇ ਉਹਨਾਂ ਦੀ ਮਰਜ਼ੀ ਚੱਲਦੀ ਹੈ। ਦੁਨੀਆ ਉਹਨਾਂ ਦੀ ਤਰ੍ਹਾਂ ਜਿਵੇਂ ਕਹਿੰਦੇ ਆ ਜੀ ਜੀ ਕਰਨ ਲੱਗੇ। ਸਭ ਨੇ ਆਪਣਾ ਧਰਮ ਤਿਆਗ ਦਿੱਤਾ ਹੈ। ਉਹ ਨਹੀਂ ਤਨ ਪਾਪਨ ਕੀ ਦੀਨਾ, ਦਰਬਕ ਸੋਟੇ ਦੇਖਤ ਦੀਨਾ। ਔਰ ਗੁਰੂ ਪਿਆਰਿਓ ਪੁੰਨ ਕਰਮ ਕਮਜ਼ੋਰ ਹੋ ਗਏ। ਭਾਵ ਜੇ ਚੰਗੇ ਕੰਮ ਸੀ ਉਹ ਕਮਜ਼ੋਰ ਹੋ ਗਏ, ਜ਼ੁਲਮੀ ਬੰਦੇ ਵੱਧ ਗਏ ਤੇ ਚੰਗੇ ਬੰਦੇ ਡਾਊਨ ਹੋ ਗਏ। ਕੋ ਸਤਨਾਮ। ਚੰਗੇ ਕਰਮ ਕੋਈ ਕਰ ਨਹੀਂ ਦਿੰਦਾ ਕਿਸੇ ਨੂੰ। ਮਾਨੋ ਚੰਗੇ ਕੰਮ ਤੇ ਪੁੰਨ ਜਿਹੜਾ ਹੈ ਇਹ ਕਮਜ਼ੋਰ ਪੈ ਗਿਆ ਔਰ ਜਿਹੜੇ ਪਾਪ ਹੈ ਇਹ ਤਕੜੇ ਹੋ ਗਏ। ਮਾੜੇ ਕਰਮ ਤਕੜੇ ਹੋ ਗਏ। ਬੁਰੇ ਕੰਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਉਸਨੇ ਆਪਣਾ ਬੁੱਝੇ ਨਾ ਇਹ ਆਣਾ, ਆਪਣਾ ਸਮਾਂ ਨਹੀਂ ਵਿਚਾਰਦਾਗਾ ਬੰਦਾ। ਪ੍ਰੀਤਮ ਜੀ ਕਹਿੰਦੇ ਐਸਾ ਸਮਾਂ ਆ ਗਿਆ ਦੁਨੀਆ ਦੇ ਵਿੱਚ ਜਿਸ ਵੇਲੇ ਬਾਬੇ ਨਾਨਕ ਦਾ ਆਉਣਾ ਹੋਇਆ। ਉਸ ਤੋਂ ਪਹਿਲਾਂ ਦੀ ਹਾਲਤ ਭਾਈ ਸਾਹਿਬ ਜੀ ਲਿਖਦੇ ਹਨ। ਇਹ ਸਾਰੀ ਭਾਈ ਸੰਤੋਖ ਸਿੰਘ ਨੇ ਜੋ ਲਿਖਿਆ ਨਾ, ਇਹ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀਆਂ ਪੌੜੀਆਂ ਵਿੱਚ ਵੀ ਲਿਖਿਆ। ਕੋਈ ਸਤਿਨਾਮ। ਜੋ ਕਲਯੁਗ ਦਾ ਭਿਆਨਕ ਸਮਾਂ ਸੀ ਉਸ ਵੇਲੇ। ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਦੀ ਹਾਲਤ ਦੁਨੀਆ ਦੀ ਹੋ ਚੁੱਕੀ ਸੀ, ਮਾਨੋ ਜਿਵੇਂ ਕੋਈ ਕਿਸੇ ਕੋਲੋਂ ਮਾਇਆ ਖੋਹ ਲਵੇ, ਦੁਨੀਆ ਦੇ ਕੋਲੋਂ ਚੰਗੇ ਕਰਮ ਖੋਹ ਹੀ ਲਏ। ਪਰ ਕਾਰਜ ਕੇ ਕਰਤਾ ਹਾਨੀ, ਸੁਰ ਜੋ ਤਨ ਕੋਵੇ ਦੁਖਦਾਨੀ। ਔਰ ਪਰਾਏ ਕੰਮ ਕਰਨ ਵਾਲੇ ਦਾ ਨਾਸ਼ ਹੀ ਹੁੰਦਾ ਹੈ। ਜਿਵੇਂ ਪਟਸਨ ਆਪਣਾ ਕਟਾ ਕੇ, ਆਪਣਾ ਆਪ ਕਟਾ ਕੇ ਰੱਸੇ ਦਾ ਰੂਪ ਹੋ ਕੇ ਦੂਜੇ ਨੂੰ ਬੰਨਣ ਦੇ ਕੰਮ ਆਉਂਦੀ ਹੈ। ਪਟਸਨ ਆਪਣੇ ਹੁੰਦੀ ਹੈ ਸਣ, ਜਿਹੜੀ ਆਪਾਂ ਖੇਤਾਂ ਵਿੱਚ ਜਗ੍ਹਾ ਸਣ ਦੇ ਰੱਸੇ ਆਉਂਦੇ ਆ, ਲਾਸਾਂ ਆਉਂਦੀਆਂ ਮੋਟੀਆਂ ਮੋਟੀਆਂ। ਕਹਿੰਦੇ ਇਸ ਕਰਕੇ ਦੁਨੀਆ ਦੇ ਵਿੱਚ ਐਸੇ ਐਸੇ ਲੋਕ ਪੈਦਾ ਹੋ ਗਏ, ਪਰਾਏ ਕੰਮ ਕਰਨ ਵਾਲੇ ਦਾ ਨਾਸ਼ ਹੀ ਹੁੰਦਾ। ਭਾਵ ਜੋ ਆਪਣੇ ਧਰਮ ਨੂੰ ਛੱਡ ਕੇ ਦੂਸਰਿਆਂ ਦੇ ਮਗਰ ਚੱਲਦਾ ਉਹ ਬਹੁਤਾ ਸਮਾਂ ਨਹੀਂ ਰਹਿੰਦਾ। ਜਿਵੇਂ ਪਟਸਨ ਸਣ ਦੀ ਜਿਹੜੀ ਫਸਲ ਹੈ ਉਸ ਦੇ ਉੱਤੋਂ ਉਹਦਾ ਛਿੱਲੜ ਲਾਹਿਆ ਜਾਂਦਾ, ਫਿਰ ਉਸ ਨੂੰ ਕੱਤਿਆ ਜਾਂਦਾ, ਬੁਣਿਆ ਜਾਂਦਾ, ਫਿਰ ਉਸ ਤੋਂ ਲਾਸਾਂ ਰੱਸੇ ਬਣਦੇ ਹੈ। ਕਹਿੰਦੇ ਇਹ ਆਪਣੇ ਆਪ ਨੂੰ ਮਰਵਾ ਕੇ ਵੀ ਆ ਜਿਵੇਂ ਚੁਗਲਖੋਰ ਬੰਦੇ ਜਿੰਨਾ ਚਿਰ ਚੁਗਲੀ ਕਰਦੇ ਰਹਿੰਦੇ ਆ, ਜਿਹਦੀ ਕਰਦੇ ਆ ਦੂਜਾ ਬੰਦਾ ਉਹਨੂੰ ਚੰਗਾ ਲੱਗਦਾ ਜਿਹਦੇ ਕੋਲ ਕਰਦੇ ਆ। ਅੰਗਰੇਜ਼ ਇਹੋ ਜਿਹੇ ਲੋਕ ਸੀਗੇ, ਜਦੋਂ ਉਹਨਾਂ ਨੇ ਕਿਸੇ ਤੋਂ ਕਿਸੇ ਦੀ ਸੂਹ ਲੈਣੀ ਹੁੰਦੀ ਤੇ ਉਹਨੂੰ ਪਿਆਰ ਕਰਦੇ, ਉਹ ਚੁਗਲੀਆਂ ਕਰਦਾ ਜਾ ਕੇ ਦੂਜੇ ਦੀਆਂ। ਹਿੰਦੁਸਤਾਨੀਆਂ ਚੁਗਲੀਆਂ ਉਹਨਾਂ ਕੋਲੇ ਕਰਦੇ। ਮੁਗਲਾਂ ਜਿਹੜੇ ਹਨ, ਜਿਵੇਂ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਿਹੜੀ ਹੋਈ ਹੈ ਫਤਿਹਗੜ੍ਹ ਸਾਹਿਬ, ਉਹਦੇ ਵਿੱਚ ਇੱਕ ਸੁੱਚਾਨੰਦ ਨਾਮ ਦਾ ਮੰਤਰੀ ਆ, ਹਿੰਦੂ ਆ, ਪਰ ਉਹੀ ਵਜੀਦੇ ਨੂੰ ਕਹਿ ਰਿਹਾ ਕਿ ਇਹਨਾਂ ਨੂੰ ਮਾਰਿਆ ਜਾਵੇ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ, ਉਹੀ ਕਹਿ ਰਿਹਾ। ਲੇਕਿਨ ਉੱਥੇ ਮਲੇਰਕੋਟਲੇ ਦਾ ਗੁਰੂ ਪਿਆਰਿਓ ਜਿਹੜਾ ਸੂਬੇਦਾਰ ਹੈ ਉਹ ਕਹਿੰਦਾ ਵੀ ਰਾਜਾ ਸਾਹਿਬ ਆਪਣੀ ਇਹ ਗੱਲ ਗਲਤ ਹੈ। ਸੂਬੇਦਾਰ ਜੀ ਵਜੀਦੇ ਨੂੰ ਕਹਿੰਦਾ ਤੇਰੀ ਇਹ ਗੱਲ ਗਲਤ ਹੈ, ਤੂੰ ਬਦਲਾ ਲੈਣਾ ਹੈ ਤੇ ਬਾਪ ਤੋਂ ਲੈ,
ਤੂੰ ਇੰਨੀਆਂ ਲੜਾਈਆਂ ਕੀਤੀਆਂ ਹੋਰ ਕਰ ਲਾ, ਪਰ ਸਾਹਿਬਜ਼ਾਦਿਆਂ ਨੂੰ ਮਾਰਨਾ ਆਪਣਾ ਕੰਮ ਨਹੀਂ, ਸਾਡੀ ਕੁਰਾਨ ਸਾਡਾ ਧਰਮ ਇਹ ਨਹੀਂ ਕਹਿਣਾ। ਲੇਕਿਨ ਉੱਥੇ ਬੈਠਾ ਚੁਗਲਖੋਰ ਸੁੱਚਾਨੰਦ ਇਹ ਕਹਿੰਦਾ ਇਹਨੂੰ ਮਾਰ ਦਿਓ। ਦੱਸਦੇ ਹੈ ਕਿ ਵਜੀਦਾ ਜਦੋਂ ਸ਼ਾਮਾਂ ਨੂੰ ਘਰੇ ਗਿਆ ਪਹਿਲੀ ਸਭਾ ਤੋਂ ਬਾਅਦ, ਉਹਦੀ ਘਰ ਵਾਲੀ ਜਿਹੜੀ ਸੀ ਇੱਕ ਉਸਨੇ ਹਿੰਦੂਆਂ ਦੀ ਲੜਕੀ ਆਪਣੇ ਘਰ ਵਾਲੇ ਬੇਗਮ ਬਣਾਈ ਹੋਈ ਸੀ, ਉਹ ਲੜਕੀ ਨੇ ਸਾਹਿਬਜ਼ਾਦਿਆਂ ਨੂੰ ਦੇਖਿਆ ਵੀ ਸੀਗਾ, ਮਾਤਾ ਜੀ ਨੂੰ ਵੀ ਜਾਣਦੀ ਸੀ। ਉਹਨੂੰ ਪਤਾ ਲੱਗਿਆ ਵੀ ਇਸ ਨੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਕੈਦ ਕੀਤੇ ਹੋਏ ਆ, ਬੁੱਢੀ ਮਾਤਾ ਵੀ ਕੈਦ ਹੈ। ਔਰ ਉਸਨੇ ਕਿਹਾ ਵਜੀਦਿਆ ਮੈਂ ਤੇਰੇ ਕੋਲੇ ਤਾਂ ਰਹਿ ਸਕਦੀ ਹਾਂ ਜੇ ਤੂੰ ਇਹਨਾਂ ਨੂੰ ਛੱਡ ਦੇਵੇਂ, ਨਹੀਂ ਤਾਂ ਮੈਂ ਮਰ ਜਾਊਂਗੀ। ਠੀਕ ਹੈ, ਤੂੰ ਮੈਨੂੰ ਭੱਜਣ ਨਹੀਂ ਦੇਗਾ, ਮੈਂ ਖੰਜਰ ਮਾਰ ਕੇ ਮਰ ਜਾਊਂਗੀ। ਕਹਿੰਦੇ ਵਜੀਦਾ ਉਹਦੇ ਮੋਹ ਪਿਆਰ 'ਚ ਫਸਿਆ ਸੀ, ਕਹਿਣ ਲੱਗਿਆ ਠੀਕ ਹੈ ਮੈਂ ਤੜਕੇ ਛੱਡ ਦੂੰਗਾ। ਪਰ ਦੂਜੀ ਸਭਾ ਦੇ ਵਿੱਚ ਸੁੱਚਾਨੰਦ ਮੰਤਰੀਆਂ ਨੇ ਫਿਰ ਭੜਕਾ ਦਿੱਤਾ ਕੋ ਸਤਨਾਮ। ਔਰ ਇਸ ਵਜੀਦੇ ਨੇ ਇਧਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੀਤੀ ਆ, ਉਧਰ ਮਾਤਾ ਗੁਜਰੀ ਜੀ ਆਪਣਾ ਸਰੀਰ ਤਿਆਗ ਕੇ ਠੰਡੇ ਬੁਰਜ ਵਿੱਚ। ਘਰੇ ਪਤਾ ਲੱਗਿਆ ਤੇ ਉਸ ਇਸਤਰੀ ਨੇ, ਉਸ ਰਾਣੀ ਨੇ ਵੀ ਆਪਣੇ ਖੰਜਰ ਮਾਰ ਕੇ ਆਪਣਾ ਖਾਤਮਾ ਕਰ ਲਿਆ ਕੋ ਸਤਨਾਮ। ਇਸ ਕਰਕੇ ਚੁਗਲਖੋਰ ਪੈਦਾ ਹੋ ਗਏ ਦੁਨੀਆ ਵਿੱਚ। और जमीन दे बहुत सारे ऐसे साडे लोग है, रईस अमीर लोग, जिन्होंने अंग्रेज़ों कोलों जमीनां लैके हिंदुस्तानियां या पंजाबियां दियां ही चुगलियां करके उन्होंने नुकसान किए आ। कोई सतनाम। मुगलों के कोले चुगलियां करके हिंदुस्तानियां दे जिहड़े है गुरु प्यारे इन्हां ने नुकसान किए। पर अज अपने नूं रईस कहाउंदे आ क्योंकि वो इन्हां नूं जमीनां दे पटे दे के लिख के ਜ਼ਮੀਨਾਂ ਤੇ ਕਬਜ਼ਾ ਕਰਵਾ ਗਏ ਕਿ ਜ਼ਮੀਨਾਂ ਖਾਲੀ ਪਈਆਂ ਸੀਗੀਆਂ, ਕਬਜ਼ੇ ਕਰਵਾ ਗਿਆ। ਇੰਨੀ ਜ਼ਮੀਨ ਤੁਹਾਡੀ ਆ, ਹਜ਼ਾਰਾਂ ਕਿੱਲਾ ਉਹਨਾਂ ਦੇ ਕੋਲ ਆ। ਆਪਣੇ ਆਪ ਨੂੰ ਵੱਡੇ ਕਹਾਉਂਦੇ ਆ, ਰਾਜੇ ਕਹਾਉਂਦੇ ਆ, ਮੰਤਰੀ ਕਹਾਉਂਦੇ ਆ, ਪਰ ਉਹਨਾਂ ਦੇ ਹੱਥ ਜਿਹੜੇ ਆ ਜਨਤਾ ਦੇ ਖੂਨ ਨਾਲ ਰੰਗੇ ਹੋਏ ਆ। ਕੋਈ ਸਤਨਾਮ। ਐਸਾ ਸਮਾਂ ਉਸ ਵੇਲੇ ਸੀਗਾ ਜਦੋਂ ਬਾਬਾ ਨਾਨਕ ਜੀ ਆਏ, ਉਹਨਾਂ ਤੋਂ ਪਹਿਲਾਂ ਦਾ ਵੀ ਇਹ ਸਮਾਂ ਸੀ। ਕੀ ਕਹਿੰਦੇ ਨੇ, पर कारज के करता हानि जिहड़े दूजियां दे कोल चुगलियां करदे आ उन्हां दे काम वास्ते उन्हां दी अपनी भी हानि हुंदी है। जन ज्यों तन खोवै दुख सन, ज्यों दुख खोवै दुख दानी। जिवें सन अपना छिल्लड़ लवा के दूजे दा भी नुकसान करदी है, ऐसे चुगलखोर दुनिया विच पैदा हो गए जी। पर तन पर निंद्या परदारा, जिस दिन तन मन सोहत तारा। इन्हां लोकां नूं इक्को ही लालच है पर धन। जिवें बंदा सिंह बहादुर जी जदों चले तो उन्हां दी फौज विच बहुत सारे लुटेरे पैदा हो गए। उन्हां दा ख्याल जो लुटांगे वो माल साडा। इसे तरह ही गुरु प्यारो इन्हां चुगलखोरां दे अंदर की ख्याल है भी पराया धन साडा हो जाऊगा, पराया धन इस्त्रियां नूं असीं लै जावांगे कढ के। ते अपना गुरु प्यारो 47 वेले जदों लड़ाई लगी, जंग लग्या, बहुत सारियां मुसलमानां दीयां लड़कियां नूं हिंदुस्तान दे लोकां ने, भारती लोकां ने अपने कब्जे विच कर लिया, मजबूर हो गईयां। ते बहुत सारियां भारती लड़कियां भी उन्होंने अपने कब्जे च कर लिया। को सतनाम। ये जिहड़े चुगलखोर हुंदे हैं ना सरकार दे, जिन्हों अपनी बोली च असीं टाउट भी कह दिंदे आ, ये लोग जिथे दूजे दे नुकसान कराउंदे आ आपदा भी करदे आ। जो सानू छिलिया जांदा ना डंडी तो, लगभग ओदी 7-8-10 फुट का डक्का हुंदा लम्मा, उहनूं आपां तोड़ के उत्तों छिल्लड़ लाउने आ उसका। कि वो छिल्लड़ तो फिर अगे रस्से बनते हैं, लाशा बनदियां, फिर उन्होंने रस्सियां नाल लोकां नूं फांसियां दित्तियां जांदियां। को सतनाम। पशुआं नूं बन्निया जांदा, बंदियां नूं बन्निया जांदा। कहंदे इहो जिहे चुगलखोर आपदा भी नुकसान करते हैं, दूजियां दा भी करते हैं। कारण पर धन, पराए धन वास्ते, पराई निंदिया, पराई दारा, पराइयां इस्त्रियां वास्ते। निस दिन तन मैं सोहित धारा, धारा भाव सुरत विच इहो ही गल चलदी रहिंदी है भी आपां वड्डे अफसर कोल इहदी चुगली करांगे, आपां नूं रिश्वत विच कुछ देऊगा। को सतनाम। ऐसी हालत दुनिया दी उस वेले हो चुकी है। दोहरा जंगम बहुत सरेवरे करत दिगंबर राल। ये तो होगी राजनीति की गल उत्ते। अगे आ गई हुण धर्म के मुखी, जिथे ब्राह्मण सी उत्थे जोगी भी सीगे, इन्हां दा भी धर्म अलग सीगा गोरखनाथ दा। कहंदे उस वेले किन्ने इत्थे चलदे सीगे धर्म। जंगम हुंदे है शिव जी दे चेले,
ਤੁਸੀਂ ਬਾਜ਼ਾਰਾਂ ਵਿੱਚ ਵੇਖਿਆ ਹੋਣਾ ਜਿਨ੍ਹਾਂ ਦੇ ਸਿਰ ਤੇ ਬਾਲ ਜੇ ਲੱਗੇ ਹੁੰਦੇ ਆ, ਕੰਨਾਂ ਤੇ ਲੱਗੇ ਹੁੰਦੇ ਆ, ਤੇ ਟੱਲੀ ਵਜਾ ਕੇ ਉਹ ਮੰਗਦੇ ਆ। ਔਰ ਦੁਕਾਨਦਾਰ ਦਾ ਪੈਸਾ ਜਿਹੜਾ ਉਹ ਟੱਲੀ 'ਚ ਹੀ ਪਵਾਉਂਦੇ ਆ, ਹੱਥ ਨਾਲ ਨਹੀਂ ਫੜਦੇ। ਕਹੋ ਸਤਨਾਮ। ਉਹਨਾਂ ਨੂੰ ਜੰਗਮ ਕਹਿੰਦੇ ਆ। ਇੱਕ ਜੰਗਮਾਂ ਦਾ ਤਬਕਾ ਸੀਗਾ, ਇੱਕ ਸਰੇਵੜਿਆਂ ਦਾ ਤਬਕਾ ਸੀਗਾ। ਔਰ ਇਸੇ ਤਰ੍ਹਾਂ ਹੀ ਕਬਰਾਂ ਨੂੰ ਪੂਜਣ ਵਾਲੇ ਸਰੇਵੜੇ, ਔਰ ਦਿਗੰਬਰ ਜੈਨੀ ਲੋਕ, ਦਿਗ ਅੰਬਰ ਜੋ ਚਿੱਟੇ ਕੱਪੜੇ ਪਹਿਨਦੇ ਹਨ ਜੈਨੀਆਂ ਦੇ, ਇਹਨਾਂ ਦੇ ਵਿੱਚ ਰਾਰ ਆਪਸੀ ਭੇਦ ਪੈ ਗਿਆ, ਆਪਸੀ ਲੜਾਈਆਂ ਹੋਣ ਲੱਗੀਆਂ ਦੀ। ਹਟ ਦਰਸ਼ਨ ਹਰ ਨਾਮ ਬਿਨਾ ਹੋਤ ਬਾਤ ਮਰਖਵਾਰ। ਤੋ ਇਹ ਜਿਹੜੇ ਹਿੰਦੂ ਮਤ ਵਿੱਚ 6 ਪੰਥ ਸੀਗੇ, ਜੰਗਮ, ਸਰੇਵੜੇ, ਦਿਗੰਬਰ, ਜੈਨੀ ਆਦਿ, ਇਹ 6 ਤਰ੍ਹਾਂ ਦੇ ਸਨ। ਇਹਨਾਂ 6ਾਂ ਦੀ ਮੱਤ ਪਰਮੇਸ਼ਰ ਦੇ ਨਾਮ ਤੋਂ ਖਾਲੀ ਸੀ। ਇਹ ਹਿੰਦੂ ਮਤ ਦੇ ਜਿਹੜੇ 6 ਧਰਮ ਸਨ, ਇਹਨਾਂ ਦੇ ਦਿਮਾਗ ਵਿੱਚ ਪਰਮੇਸ਼ਰ ਅਕਾਲ ਪੁਰਖ ਦੀ ਪੂਜਾ ਹੈ ਨਹੀਂ ਸੀ। ਇਸੇ ਕਰਕੇ ਹੀ ਖੜ ਦਰਸ਼ਨ ਹਰ ਨਾਮ ਬਿਨ ਹੋਤ ਬਾਦ ਮਰ ਖੁਆਰ, ਦੁਖੀ ਹੁੰਦੇ ਖੁਆਰ ਹੁੰਦੇ। ਸੋ ਅੱਜ ਦਾ ਜੋ ਪਵਿੱਤਰ ਦਿਹਾੜਾ ਹੈ, ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਆਪਾਂ ਮਨਾ ਰਹੇ ਹਾਂ। ਔਰ ਪਾਤਸ਼ਾਹ 10ਵੇਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ ਸਾਰੀਆਂ ਜੰਗਾਂ ਤੋਂ ਬਾਅਦ, ਮੈਂ ਖੁਆਰ ਦੀ ਗੱਲ ਕਰਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਖੁਆਰ ਹੋਏ ਸਾ ਮਿਲਾਂਗੇ ਬਚੇ ਸ਼ਰਨ ਜੋ ਹੋਏ। ਇੱਥੋਂ ਗੱਲ ਚੱਲੀ। ਚਲੋ ਇਸ ਪਾਸੇ 5 ਮਿੰਟ ਬਾਕੀ ਆ, ਇਸ ਵਿਸ਼ੇ ਤੇ ਗੱਲ ਕਰਦੇ ਹਾਂ ਆਪਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਰੀਆਂ ਜੰਗਾਂ ਤੋਂ ਬਾਅਦ, ਮੁਕਤਸਰ ਤੋਂ ਬਾਅਦ ਦਮਦਮਾ ਸਾਹਿਬ ਤਲਵੰਡੀ ਆਏ ਆ। ਔਰ ਇੱਥੇ ਆ ਕੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਗੁਰਬਾਣੀ ਦੇ ਅਰਥ ਕਰਕੇ ਸੁਣਾਏ ਜਾਣ, ਕਿਰਪਾ ਕਰਕੇ ਸਾਨੂੰ ਸਮਝ ਆਵੇ। ਸ਼ੌਰ ਦੇ ਵਿੱਚ ਆਪਾਂ ਸੰਖੇਪ ਦੇ ਵਿੱਚ ਸਰਵਣ ਕਰੀਏ ਇਹ ਵਿਚਾਰ ਅੱਜ ਦੇ ਦਿਹਾੜੇ ਤੇ। ਪਾਤਸ਼ਾਹ ਨੇ ਇੱਕ ਜਥਾ ਭੇਜਿਆ ਭਾਈ ਧੀਰਮਲ ਕੋਲ, ਜੋ ਸੋਢੀਆਂ ਦਾ ਹੀ ਪੁੱਤਰ ਹੈ, ਹਰਗੋਬਿੰਦ ਸਾਹਿਬ ਜੀ ਦਾ ਹੀ ਬੱਚਾ ਹੈ ਭਾਵੇਂ। ਇਹਦੇ ਕੋਲੇ 5ਵੇਂ ਪਾਤਸ਼ਾਹ ਜੀ ਦਾ ਲਿਖਿਆ ਹੋਇਆ ਸਰੂਪ ਗੁਰੂ ਗ੍ਰੰਥ ਸਾਹਿਬ ਹੈ। ਜਥੇ ਨੂੰ ਭੇਜਿਆ ਸਿੰਘਾਂ ਨੂੰ ਵੀ ਜਾਓ ਉੱਥੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਓ, ਬੀੜ ਸਾਹਿਬ ਲੈ ਕੇ ਆਓ, ਆਪਾਂ ਤੁਹਾਨੂੰ ਅਰਥ ਕਰਕੇ ਸੁਣਾ ਦੇਵਾਂਗੇ। ਇਹ ਜਥਾ ਬੀੜ ਸਾਹਿਬ ਲੈਣ ਗਿਆ। ਧੀਰਮਲ ਕਹਿਣ ਲੱਗਿਆ ਤਾਂ ਸਾਡੇ ਬਾਬੇ ਦਾ, ਭਾਵ ਗੁਰੂ ਅਰਜਨ ਦੇਵ ਜੀ ਲਿਖਿਆ ਸੀਗਾ। ਕਹਿੰਦੇ ਸਾਡੇ ਬਾਬੇ ਦਾ ਤਾਂ ਅਸੀਂ ਦਿੰਦੇ ਨਹੀਂ। ਸਿੱਖਾਂ ਨੇ ਕਿਹਾ, ਸਿੰਘਾਂ ਨੇ ਕਿਹਾ ਵੀ ਉਹ ਵੀ ਤਾਂ ਆਪਣਾ ਬਾਬਾ ਹੀ ਆ, ਇਹਨਾਂ ਦੀ ਕੋਈ ਫਰਕ ਨਹੀਂ, ਦੱਸੇ ਕੋਈ ਗੁਰੂ ਆ। ਗੁਰੂ ਗੋਬਿੰਦ ਸਿੰਘ ਜੀ ਤੋਂ ਅਸੀਂ ਗੁਰਬਾਣੀ ਦੇ ਅਰਥ ਸੁਣਨੇ ਆ। ਧੀਰਮਲ ਦਾ ਖਿਆਲ ਸੀਗਾ ਕਿ ਜਿਹਦੇ ਕੋਲੇ ਗ੍ਰੰਥ ਹੈ ਉਹੀ ਗੁਰੂ ਆ, ਮੇਰੇ ਕੋਲੇ ਗ੍ਰੰਥ ਹੈ, ਮੈਨੂੰ ਲੋਕ ਪੁੱਜਣਗੇ, ਮੈਂ ਗ੍ਰੰਥ ਦੇਵਾਂ ਹੀ ਨਾ। ਕਹਿਣ ਲੱਗਿਆ ਜੀ ਉਹ ਗੁਰੂ ਹੈ ਤੇ ਆਪਦਾ ਆਪੇ ਲਿਖ ਲੈ। ਹੁਣ ਜਥੇ ਲੜਾਈ ਥੋੜਾ ਕਰਨੀ ਸੀ, ਇਹ ਬਚਨ ਲੈ ਕੇ ਵਾਪਸ ਆ ਗਏ ਸੁਣ ਕੇ। ਪਾਤਸ਼ਾਹ ਕੋਲ ਪਹੁੰਚੇ। ਪਾਤਸ਼ਾਹ ਕਹਿੰਦੇ ਵੀ ਲੈ ਕੇ ਨਹੀਂ ਆਏ। ਕਹਿੰਦੇ ਮਹਾਰਾਜ ਕੀ ਕਰੀਏ? ਉਹ ਕਹਿਣ ਲੱਗੇ ਵੀ ਇਹ ਤਾਂ ਸਾਡੇ ਬਾਬੇ ਦਾ। ਅਸੀਂ ਬੜਾ ਸਮਝਾਇਆ ਵੀ ਗੁਰੂ ਗੋਬਿੰਦ ਸਿੰਘ ਵੀ ਤਾਂ ਉਸੇ ਹੀ ਜੋਤ ਦੇ ਰੂਪ ਹਨ, ਨਹੀਂ ਮੰਨੇ। ਉਲਟਾ ਕਹਿੰਦੇ ਜਾਓ ਜੇ ਉਹ ਗੁਰੂ ਹੈ ਤੇ ਆਪਦਾ ਆਪੇ ਲਿਖ ਲੈ। ਕਹਿੰਦੇ ਬਸ ਉੱਥੋਂ ਬਚਨ ਤਾਂ ਆ ਗਿਆ ਗੁਰੂ ਗ੍ਰੰਥ ਸਾਹਿਬ ਕੋਲੋਂ, ਭਾਵ ਉੱਥੇ ਜਿਹੜਾ ਗੁਰੂ ਬੈਠਾ ਸਾਡਾ ਸ਼ਬਦ ਗੁਰੂ ਉਹਦੇ ਕੋਲੇ ਹੈ ਬੀੜ ਸਾਹਿਬ, ਉੱਥੋਂ ਬਚਨ ਆ ਗਿਆ ਨਾ, ਆਪਾਂ ਬਚਨ ਹੀ ਮੰਨ ਲੈਂਦੇ ਆ, ਚਲੋ ਦੁਬਾਰਾ ਲਿਖ ਲੈਂਦੇ ਆ। ਫਿਰ ਦਮਦਮਾ ਸਾਹਿਬ ਜਿੱਥੇ ਪਾਤਸ਼ਾਹ ਨੇ ਉਤਾਰਾ ਕੀਤਾ, ਤਖਤ ਸਾਹਿਬ, ਇੱਥੇ ਦੀਵਾਨ ਸਜਦੇ ਆ ਤੇ ਸਾਹਮਣੇ ਇੱਕ ਛੋਟੀ ਜੀ ਛਪੜੀ ਆ। ਉਹ ਛਪੜੀ ਦੀ ਸਫਾਈ ਕਰਕੇ ਪਾਤਸ਼ਾਹ ਨੇ ਤੰਬੂ ਲਵਾਇਆ। ਗੁਰਦੁਆਰਾ ਲਿਖਣਸਰ ਸਾਹਿਬ ਜੋ ਜਾਂਦੇ ਆ ਸੱਜੇ ਹੱਥ ਹੈ, ਤਖਤ ਸਾਹਿਬ ਦੇ ਸਾਹਮਣੇ ਸੱਜੇ ਪਾਸੇ। ਤੋ ਭਾਈ ਮਣੀ ਸਿੰਘ ਬਾਬਾ ਦੀਪ ਸਿੰਘ ਜੀ ਨੂੰ ਲਖਾਰੀ ਲਾਇਆ। ਬਾਬਾ ਦੀਪ ਸਿੰਘ ਜੀ ਸਿਆਹੀ ਦਾ, ਕਾਗਜ਼ਾਂ ਦਾ, ਕਲਮਾਂ ਦਾ ਤਿਆਰੀ ਕਰਦੇ ਆ। ਗੁਰੂ ਗੋਬਿੰਦ ਸਿੰਘ ਜੀ ਉਚਾਰਨ ਕਰਦੇ ਆ ਤੇ ਭਾਈ ਮਣੀ ਸਿੰਘ ਜੀ ਲਿਖਦੇ ਹਨ ਇਸ ਤਰ੍ਹਾਂ, ਇਨ ਬਿਨ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਲੜੀਵਾਰ ਉਸੇ ਤਰ੍ਹਾਂ ਲਿਖੀ ਹੈ। ਪਰ ਇਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨਹੀਂ ਸੀ। ਤੋਂ 5ਵੇਂ ਪਾਤਸ਼ਾਹ ਤੋਂ ਬਾਅਦ 9ਵੇਂ ਪਾਤਸ਼ਾਹ ਦੇ ਬਚਨ ਲਿਖੇ ਹਨ ਨਾਲ ਨਾਲ। ਉਦੋਂ ਅੱਗੇ ਭਗਤਾਂ ਦੀ ਬਾਣੀ ਲਿਖੀ ਗਈ। ਕੋ ਸਤਨਾਮ। ਸੰਪੂਰਨ ਅੱਜ ਦੇ ਦਿਨ ਤੇ ਹੋਈ 9 ਮਹੀਨੇ ਤੇ 9 ਦਿਨਾਂ ਦੇ ਵਿੱਚ ਜਿੰਨੀ ਬਾਣੀ ਸੁਭਾ ਲਿਖੀ ਜਾਂਦੀ, ਉਸ ਬਾਣੀ ਦਾ ਸ਼ਾਮ ਦੇ ਦੀਵਾਨਾਂ ਵਿੱਚ ਕਥਾ ਹੁੰਦੀ, ਅਰਥ ਹੁੰਦੇ 10ਵੇਂ ਪਾਤਸ਼ਾਹ ਜੀ ਨੇ ਕੀਤੇ। ਤਾਂ ਗੁਰੂ ਪਿਆਰਿਓ, ਇਸ ਤਰ੍ਹਾਂ 9 ਮਹੀਨੇ ਤੇ 9 ਦਿਨਾਂ ਦੇ ਵਿੱਚ ਇਹ ਸਰੂਪ ਤਿਆਰ ਹੋਏ। ਸ਼੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਦਮਦਮੀ ਬੀੜ ਵੀ ਇਹਨਾਂ ਦਾ ਨਾਮ ਹੈ। ਇਹਨਾਂ ਦਾ ਨਾਮ ਹੈ ਆਦ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਔਰ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਫਿਰ ਡਿਊਟੀ ਲਾਈ ਭਾਈ ਮਣੀ ਸਿੰਘ ਹੋਰਾਂ ਦੀ, ਬਈ ਇਹਨਾਂ ਦੇ ਉਤਾਰੇ ਕਰੋ। ਤਾਂ ਫਿਰ 5 ਉਤਾਰੇ ਕੀਤੇ ਗਏ।
उस रूप तो अगे 5 उतारे हाथ नाल ही करने सी ना, उदों प्रैसां नहीं सी हुंदियां। 5 उतारे करन तो बाद गुरु गोबिंद सिंह जी दमदमा साहिब तो चाले पाउंदे आ, एक सरूप अपने नाल लै जांदे आ। हरियाणा राजस्थान आदि इलाकिਆਂ चों हुंदे होए मेरे प्रीतम जीवां नूं उतारदे होए पहुंचदे हन हजूर साहिब नंदेड़। उत्थे जाके बंदा सिंह बहादुर नूं तैयार करदे आ। फिर उन्हां ने कोई बंदा भेजना सीगा, ये ख्याल उन्हां दा पहला सीगा। डल्ले ते किरपा करनी सी, डल्ला भी राह चों सोनीपत पानीपत तो हरियाणे चों पुट्ठा मुड़िया। एक डेरे की कुटिया च पातशाह ने उतारा किया ते रात नूं पुछदे आओ भाई डल्ला हैगा? ते फकीर कहंदा ना डल्ला ना मल्ला, गुरु अल्लाह कल्ला ही कल्ला। गुरु साहब नूं पता सी भजूगा ये, कहंदा मेरा तो इलाका जी भागो की तलवंडी, मेरा तो जमीनां उत्थे इन्नियां, मैं की सुनना लैण जाना। उन्होंने ये नहीं पता भी किरपा कितनी वड्डी करनी। राह चों भज्जिया आ, गुरु साहब कहंदे ओ नहीं ना डल्ला ना मल्ला, गुरु दे नाल अल्लाह ही अल्लाह। को सतनाम अल्लाह साडे नाल है, फिक्र ना कर, कोई गल नहीं। इस तरह बाबा बंदा सिंह बहादुर ड्यूटी लाई, उन्होंने अमृत छकाया गया। पहला सारी बाकी हम जान दो, मैं संखेप में गल करा। गुरबख्श सिंह नाम रखे, पर 5 तीर जत्था दे करके निशान साहब दे करके एक जोधा जरनैल बना के इधर नूं भेजिया। उन्हें सारे वजीदे वर्गियां का खात्मा किया, सनाम वालियां का, सलौरे वाले जलादां का खात्मा किया, ने छोटे शहर शहीद किया। और उधर पातशाह जी नूं सिंघां ने कहा महाराज ये साडा गुरु बनाता। बंदा सिंह बहादुर कहंदे नहीं, ये गुरु नहीं है तुहाडा, ये मैं तुहानूं फिर दसो कौन है। ये तो एक साडा योधा सिपाही है, जरनैल है। ये राजा पुत्र सीगा जिहड़ा कि साध बन गया सीगा। पहला नाम सीगा इहदा लक्ष्मण दास। फिर गुरु प्यारो माँ प्यो मरण तो बाद चाचे ताए उन्होंने दुखी कर लगे, ये साधुआं दे टोले नाल रल गया। फिर ये माधो दास बैरागी बन गया। ते गुरु गोबिंद सिंह ने इसनूं दोबारा फिर उस रूप से लिया जिहड़ा रूप इहदा पुरातन सी। को सतनाम राजियां दा पुत्र सी, राजकुमार सीगा, जोधा बनाया ते भेजिया। सिंघां ने कहा साडा गुरु बन गया, कहंदे नहीं ये नहीं गुरु। आओ मैं दसदा गुरु किहड़ा तुहाडा। टिक्का भाई दूज वाले दिन, भादों दी दूज दो हुंदी है ना तिथां, एक सुधी ते एक वधी। अज 16 है भाव दूज वाले दिन। तो दूज वाले दिन सतगुरु गोबिंद सिंह महाराज जी ने श्री हजूर साहिब विखे एक दीवान सजाया वड्डा। गुरु ग्रंथ साहिब जी का प्रकाश किया। पहला काफ़ी विचारां चलियां इस विषय ते। बाणी गुरु गुरु है बाणी विच बाणी, अमृत सारे गुरबाणी का है, सेवक जन मानै परदा गुरु निस्तारी। अखीर समाप्ति वेले पातशाह जी आसन तो उठे विराजमान जिथे होए सन ताबिया च, और सामने आके 5 पैसे नारियल लैके पहला आ मत्था टेकते हैं। फिर सिंघां नूं कहंदे चलो भी नमस्कार करो, अज तो बाद मैं तुहानूं ऐसा गुरु दे के जावांगा जिहड़ा जुगां जुगांतरां तक नहीं जावेगा। और इहो ही पहला ते आदि गुरु है। सब तो पहला शब्द है, साचे ते पवना भया, पवना ते जल होए, जल ते त्रै पवन साजिया, घर घर जोर समोए। ये शब्द सब तो पहला है। शब्द है धरती, शब्द है आकाश, शब्द है शब्द भया प्रकाश, सगल समग्री शब्द के पक्ष है। नानक शब्द घटा घट अच्छा है, सारे भी शब्द बोलता है। सब तो पहला शब्द बने, शरीर फिर बने साडे। परमेश्वर तो शब्द पैदा होया, शब्द को चीन पाई, शब्द को खोज पाई, शब्द के चानने एक वस्त पाई, शब्द न जाने सिर ने बोले से किते आए संसारा। तो पातशाह जी ने शब्द गुरु ग्रंथ साहिब जी के लड़ लाने वेले हुक्म किया, जो भावें कि उस वे गल्लां बातां च होया, पर पातशाह जी के कुछ लिखारी है, भाई चौंपा सिंह, भाई प्रहलाद सिंह आदि, इन्हों ने कुछ दोहरे कविता बनाईयां। तो पातशाह जी ने इन्होंने बच्चों को एक शब्द विच बन दिता, जिन्हों असीं अरदास विच गाउने आ, आग्या भई अकाल की तबै चलायो पंथ, सब सिखण को हुक्म है गुरु मान्यो ग्रंथ। गुरु ग्रंथ जी मान्यो प्रगट गुरां की दे, जो प्रभु को मिलवो चाहे खोज शब्द में लेहे। राज करेगा खालसा आकी रहे न कोय, खुआर होए सा मिलेंगे बचे शरण जो होए। ये जी पंक्तियां मैं मगलियां 2 पढ़ियां ना, ये गुरु नानक देव जी ने उचारियां। देखो ये 2 पंक्तियां बाबे नानक ने उचारियां, काजी रोकन दीन नूं ज्ञान दिंदियां होइयां। ये कदे काजी रोकन दीन नाल जी वार्ता हुई है, वह भी सांझी करांगे। पूरा शब्द है काफ़ी 15-20 पंक्तियां का। तो इस तरह पातशाह जी ने हुक्म दिता कि अज तो बाद तुहाडा गुरु गुरु ग्रंथ साहिब है, किसी शरीर के पैरी नहीं पैना। सत्कार योग है सारे साधु संत महापुरुष ऋषि मुनि, पर गुरु ग्रंथ साहिब गुरु है। मेरा रूप ग्रंथ जी जान, इसमें भेद न रंच कमान, जो मुझ बचन करने की चाहे ग्रंथ विचार सुनो। चित लाए आत्मा ग्रंथ शरीर मेरा, पंथ जानो विचारा इत्थे रोकदे आ। सारियां संगतां नूं अज दे पुत दिहाड़े दीयां लख लख बधाइयां।
ਇਹ ਪਵਿੱਤਰ ਕਥਾ ਜਿਹੜੀ ਹੈ ਅੱਗੇ ਆਪਾਂ ਕਰਨੀ ਹੈ, ਇਹ ਕੱਲ ਨੂੰ ਸਰਵਣ ਕਰਾਂਗੇ। ਕੈਸਾ ਹਾਲ ਸੀ ਉਸ ਵੇਲੇ ਦੁਨੀਆ ਦਾ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦੁਨੀਆ ਵਿੱਚ ਆਉਣਾ ਹੋਇਆ। ਬੋਲਦਿਆਂ ਨੇ ਆਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश हे पूरन हे सर्व मैं पंचन गुण दास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे हो बनहार हे संत कै सदा संग दारा आधार हे ठाकुर हो दासरो गुण गुण नहीं कोई नानक दीजै नाम दान राखो ये परोए आए प्रभ शरणागति कृपा नित दयाल एक अखर हर मन बसत नानक होत निहाल एक ओंकार सतगुरु हे प्रसाद सच हुए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की फतेह।